ਸੰਗਤਾਂ ਨੇ ਪਾਠ ਸਰਵਣ ਕੀਤਾ ਹੈ। ਬਿਲਾਵਲ ਰਾਗ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਜੀ ਦਾ ਗੁਰੂ ਗ੍ਰੰਥ ਸਾਹਿਬ ਜੀ ਦੇ 816 ਅੰਗ ਤੇ ਦਰਜ ਕੀਤਾ। ਅੱਜ ਦੇ ਇਸ ਪਾਵਨ ਸ਼ਬਦ ਦੇ ਅੰਦਰ ਉਸ ਪ੍ਰਭੂ ਪਰਮਾਤਮਾ ਨੂੰ ਖੋਜਣ ਦੀ, ਲੱਭਣ ਦੀ ਸੱਚੇ ਸਤਿਗੁਰ ਕਿਰਪਾ ਕਰ ਰਹੇ ਨੇ। ਕੋਈ ਸਮਾਂ ਸੀ ਮਨੁੱਖ ਉਸ ਪਰਮਾਤਮਾ ਦੀ ਭਾਲ ਕਰਦਾ ਕਰਦਾ ਆਪਣੀ ਮੰਜ਼ਿਲ ਤੋਂ ਕੁਰਾਹੇ ਤੇ ਚੱਲ ਪਿਆ। ਮਨੁੱਖ ਨੂੰ ਇਸ ਤਰ੍ਹਾਂ ਅਨੁਭਵ ਹੋਇਆ ਕਿ ਸ਼ਾਇਦ ਉਸ ਪ੍ਰਭੂ ਪਰਮਾਤਮਾ ਨੂੰ ਜੰਗਲਾਂ ਦੇ ਵਿੱਚੋਂ ਲੱਭਿਆ ਜਾ ਸਕਦਾ ਹੈ, ਜਾਂ ਭੁੱਖੇ ਰਿਹਾ, ਜਾਂ ਸਰੀਰ ਤੋਂ ਵਸਤਰ ਨਾ ਧਾਰਨ ਕੀਤਿਆਂ ਇਸ ਤਰ੍ਹਾਂ ਦੇ ਢੰਗਾਂ ਤਰੀਕਿਆਂ ਦੇ ਨਾਲ ਉਹ ਪਰਮਾਤਮਾ ਸ਼ਾਇਦ ਲੱਭ ਜਾਵੇ। ਪਰ ਬਾਬਾ ਫਰੀਦ ਜੀ ਨੇ ਫਰਮਾਨ ਕੀਤਾ ਹੈ ਗੁਰਬਾਣੀ ਦੇ ਅੰਦਰ, ਫਰੀਦਾ ਜੰਗਲ ਜੰਗਲ ਕਿਆ ਭਵੇ ਵਣ ਕੰਢਾ ਮੋੜੇ। ਬਾਬਾ ਫਰੀਦ ਜੀ ਕਹਿੰਦੇ ਨੇ ਜੰਗਲ ਦੇ ਵਿੱਚ ਰੱਬ ਨੂੰ ਕੀ ਲੱਭਦਾ, ਇੱਥੇ ਤਾਂ ਰੁੱਖ ਹੋਣਗੇ, ਕੰਢੇ ਹੋਣਗੇ ਜਾਂ ਮੋੜੇ ਹੋਣਗੇ। ਵਸੀ ਰੱਬ ਹਿਆਲੀ, ਉਹ ਪਰਮਾਤਮਾ ਤਾਂ ਤੇਰੇ ਹਿਰਦੇ ਦੇ ਅੰਦਰ ਵਸਦਾ ਹੈ, ਤੇਰੇ ਅੰਦਰ ਵਸ ਰਿਹਾ ਹੈ, ਤੇ ਤੂੰ ਬਾਹਰ ਕਾਹਦੇ ਲਈ ਲੱਭ ਰਹੇ ਹੈ, ਬਾਹਰ ਕਾਹਦੇ ਲਈ ਉਸ ਪਰਮਾਤਮਾ ਨੂੰ ਢੂੰਡ ਰਹੇ ਹੈ। ਵਸੀ ਰੱਬ ਹਿਆਲੀਏ, ਬਾਹਰ ਕਿਆ ਢੂੰਡੇ, ਬਾਹਰ ਕਿਹਨੂੰ ਲੱਭਦਾ ਹੈ। ਧੰਨ ਗੁਰੂ ਅਰਜਨ ਦੇਵ ਜੀ ਸੱਚੇ ਸਤਿਗੁਰ ਦਾ ਅੱਜ ਦਾ ਫਰਮਾਨ, ਕਬ ਦੇਖੋ ਪ੍ਰਭ ਆਪਣਾ ਆਤਮ ਕੈ ਰੰਗ। ਸੱਚੇ ਸਤਿਗੁਰ ਕਿਰਪਾ ਕਰਦੇ ਨੇ ਉਸ ਪ੍ਰਭੂ ਪਰਮਾਤਮਾ ਨੂੰ ਕਦੋਂ ਵੇਖਿਆ ਜਾਵੇ, ਇਸ ਆਤਮਾ ਦੇ ਰੰਗ ਦੇ ਨਾਲ। ਆਤਮ ਜੋ ਸਾਡੇ ਅੰਦਰ ਆਤਮ ਸਰੂਪ ਹੋ ਕੇ ਪ੍ਰਭੂ ਪਰਮਾਤਮਾ ਵਸਿਆ ਹੈ, ਕੇਵਲ ਤੇ ਕੇਵਲ ਉਸ ਆਤਮਾ ਦੇ ਵਿੱਚ ਆਪਣੇ ਆਪ ਨੂੰ ਰੰਗ ਲਿਆਈ ਉਸ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਦਾ ਸਾਧਨ ਹੈ। ਗੁਰੂ ਅੰਗਦ ਦੇਵ ਜੀ ਸੱਚੇ ਸਤਿਗੁਰ ਨੇ ਇਸ ਨੂੰ ਇਸ ਤਰ੍ਹਾਂ ਖੁਲਾਸਾ ਕੀਤਾ ਹੈ। ਧੰਨ ਗੁਰੂ ਅੰਗਦ ਦੇਵ ਜੀ ਕਿਰਪਾ ਕਰਦੇ ਨੇ, ਅੱਖੀ ਬਾਝੋ ਵੇਖਣਾ ਬਿਨ ਕੰਨਾ ਸੁਣਨਾ। ਇਹਨਾਂ ਅੱਖਾਂ ਦੇ ਨਾਲ ਉਸ ਪਰਮਾਤਮਾ ਨੂੰ ਨਹੀਂ ਵੇਖਿਆ ਜਾ ਸਕਦਾ, ਇਹਨਾਂ ਅੱਖਾਂ ਤੋਂ ਬਿਨਾਂ ਉਸ ਪਰਮਾਤਮਾ ਨੂੰ ਵੇਖਣਾ ਹੈ। ਇਹਨਾਂ ਕੰਨਾਂ ਦੇ ਨਾਲ ਉਹਨੂੰ ਸੁਣਿਆ ਵੀ ਨਹੀਂ ਜਾ ਸਕਦਾ, ਇਹਨਾਂ ਕੰਨਾਂ ਤੋਂ ਬਿਨਾਂ ਉਸ ਪਰਮਾਤਮਾ ਨੂੰ ਸੁਣਨਾ ਹੈ। ਅੱਖੀ ਬਾਝੋ ਵੇਖਣਾ ਬਿਨ ਕੰਨਾ ਸੁਣਨਾ, ਪੈਰਾਂ ਬਾਝੋ ਚੱਲਣਾ ਬਿਨ ਹੱਥਾਂ ਕਰਨਾ। ਇਹ ਕੋਈ ਇਸ ਤਰ੍ਹਾਂ ਦਾ ਸਫ਼ਰ ਨਹੀਂ ਹੈਗਾ ਕਿ ਜਿੱਥੇ ਅਸੀਂ ਪੈਰਾਂ ਦੇ ਨਾਲ ਤੁਰ ਕੇ ਚਲੇ ਜਾਈਏ। ਧਰਤੀ ਦਾ ਜਿਹੜਾ ਸਫ਼ਰ ਹੈ ਇਹ ਪੈਰਾਂ ਨਾਲ ਤੁਰ ਕੇ ਜਾਇਆ ਜਾ ਸਕਦਾ, ਪਰ ਉਸ ਪਰਮਾਤਮਾ ਦੇ ਮਾਰਗ 'ਤੇ ਜਿਹੜਾ ਹੈ ਇਹ ਮਨ ਦਾ ਤੁਰਨਾ ਹੈ। ਪੈਰਾਂ ਬਾਝੋ ਚੱਲਣਾ ਬਿਨ ਹੱਥਾਂ ਕਰਨਾ, ਤੇ ਇੱਥੇ ਹੱਥਾਂ ਦੇ ਨਾਲ ਵੀ ਕੁਝ ਨਹੀਂ ਕਰਨਾ ਪੈਂਦਾ। ਜੀਭੇ ਬਾਝੋ ਬੋਲਣਾ, ਇਸ ਜ਼ੁਬਾਨ ਦੇ ਨਾਲ ਬੋਲਣਾ ਵੀ ਨਹੀਂ, ਇਹ ਉਹ ਜੀਵਤ ਮਰਨਾ। ਹੁਣ ਇਹ ਕਿਹੜੀ ਕਿਰਿਆ ਹੈ ਅੰਦਰ ਦੀ ਜਿਹਦੇ ਨਾਲ ਧੰਨ ਗੁਰੂ ਅੰਗਦ ਦੇਵ ਜੀ ਸੱਚੇ ਸਤਿਗੁਰ ਸਾਨੂੰ ਜੋੜ ਰਹੇ ਨੇ। ਗੁਰੂ ਨਾਨਕ ਦੇਵ ਜੀ ਨੇ ਉਹਨੂੰ ਸ਼ਬਦ ਤੇ ਸੁਰਤ ਦਾ ਮੇਲ ਆਖਿਆ ਹੈ। ਸਾਡੇ ਸਰੀਰ ਦੀ ਭਾਵੇਂ ਜ਼ਬਾਨ ਹੈ, ਭਾਵੇਂ ਕੰਠ ਹੈ, ਕੋਈ ਵੀ ਸਰੀਰ ਦਾ ਅੰਗ ਜਿਹੜਾ ਉਹ ਕਿਰਿਆਹੀਨ ਹੋ ਕੇ ਕੇਵਲ ਤੇ ਕੇਵਲ ਅੰਦਰੋਂ ਸੁਰਤ ਦੇ ਨਾਲ ਜਦੋਂ ਅਸੀਂ ਪਰਮਾਤਮਾ ਦੇ ਨਾਮ ਨੂੰ, ਵਾਹਿਗੁਰੂ ਨੂੰ ਜਪਦੇ ਹਾਂ, ਤੇ ਫਿਰ ਉਸ ਪਰਮਾਤਮਾ ਸੱਚੇ ਸਤਿਗੁਰ ਦੀ ਪ੍ਰਾਪਤੀ ਹੁੰਦੀ ਹੈ। ਪ੍ਰਾਪਤੀ ਕਿਵੇਂ ਹੁੰਦੀ ਹੈ ਇਹ ਵੀ ਧੰਨ ਗੁਰੂ ਮਹਾਰਾਜ ਜੀ ਨੇ ਸਾਨੂੰ ਦੱਸਿਆ। ਜੇ ਪੁਰਖ ਨਜ਼ਰ ਨਾ ਆਵੀ ਤਿਸ ਕਾ ਕਿਆ ਕਰ ਕਹਿਆ ਜਾਏ। ਜਿਹੜਾ ਪਰਮਾਤਮਾ ਇਹਨਾਂ ਅੱਖਾਂ ਦੇ ਨਾਲ ਨਹੀਂ ਦਿਸਦਾ, ਫਿਰ ਅਸੀਂ ਉਹਦਾ ਕੀ ਕਹੀਏ ਤੇ ਕੀ ਕਰੀਏ। ਤੇ ਫਿਰ ਗੁਰੂ ਮਹਾਰਾਜ ਜੀ ਆਪ ਹੀ ਇਸ ਦਾ ਅਗਲੀ ਤੁਕ ਦੇ ਵਿੱਚ ਜਵਾਬ ਦਿੰਦੇ ਨੇ, ਬਲਿਹਾਰੀ ਗੁਰ ਆਪਣੇ ਜਿਨ ਹਿਰਦੇ ਦਿੱਤਾ ਦਿਖਾਏ। ਇਹ ਹਿਰਦੇ ਦੀ ਅੱਖ ਦੇ ਨਾਲ ਵੇਖਿਆ ਜਾਂਦਾ ਤੇ ਵਿਖਾਉਣ ਵਾਲਾ ਹੈ ਗੁਰੂ। ਅਸੀਂ ਆਪਣੇ ਗੁਰੂ ਤੋਂ ਵਾਰਨੇ ਬਲਿਹਾਰਨੇ ਜਾਂਦੇ ਹਾਂ, ਜਿਹੜੇ ਗੁਰੂ ਨੇ ਕਿਰਪਾ ਕੀਤੀ ਹੈ ਅੰਦਰ ਹਿਰਦੇ ਦੀ ਅੱਖ ਦੇ ਨਾਲ ਸਾਨੂੰ ਉਸ ਪ੍ਰਭੂ ਪਰਮਾਤਮਾ ਦੇ ਦਰਸ਼ਨ ਕਰਵਾ ਦਿੱਤੇ ਨੇ। ਸੋ ਇਹਨਾਂ ਸਾਰਿਆਂ ਸ਼ਬਦਾਂ ਤੋਂ ਜਦੋਂ ਆਪਾਂ ਇੱਕ ਗੂਝ ਵਿਚਾਰ ਦੇ ਨਾਲ ਜੁੜਦੇ ਹਾਂ, ਤੇ ਫਿਰ ਇਹ ਸਾਡੇ ਅੰਦਰ ਖਿਆਲ ਬਣਦਾ ਕਿ ਉਸ ਪ੍ਰਭੂ ਪਰਮਾਤਮਾ ਨੂੰ ਪ੍ਰਾਪਤੀ ਹੈ ਜਿਹੜੀ ਇਹ ਮਨ ਦਾ ਵਿਸ਼ਾ ਹੈ।
ਜਿਸ ਨੇ ਆਪਣੇ ਮਨ ਨੂੰ ਸ਼ਬਦ ਤੇ ਸੁਰਤ ਦੇ ਜਰੀਏ ਉਸ ਪਰਮਾਤਮਾ ਦੇ ਨਾਲ, ਆਤਮਾ ਦੇ ਨਾਲ ਜੋੜ ਲਿਆ, ਉਸ ਨੂੰ ਪ੍ਰਾਪਤੀ ਹੋ ਜਾਵੇਗੀ। ਜਿੰਦੇ ਤੋਂ ਇੱਥੋਂ ਤੱਕ ਨਹੀਂ ਪਹੁੰਚਿਆ ਗਿਆ ਉਹਨੂੰ ਪ੍ਰਾਪਤੀ ਨਹੀਂ ਹੋਏਗੀ। ਫਿਰ ਵਿਦਵਾਨਾਂ ਨੇ ਇਸ ਨੂੰ ਆਪੋ ਆਪਣੇ ਢੰਗ ਦੇ ਨਾਲ ਇਸ ਤਰ੍ਹਾਂ ਬਿਆਨ ਕੀਤਾ ਹੈ। ਇਹਨੂੰ ਫਿਰ 4 ਹਿੱਸਿਆਂ ਦੇ ਵਿੱਚ ਵੰਡਿਆ ਕਿ ਮਨੁੱਖ ਨੂੰ ਇਹ ਪਤਾ ਲੱਗ ਜੇ ਵੀ ਮੈਂ ਕਿੱਥੋਂ ਤੱਕ ਪਹੁੰਚ ਗਿਆ। ਇਹਨੂੰ ਪਹਿਲੀ ਅਵਸਥਾ ਨੂੰ ਆਖਿਆ ਜਾਗਰਤ, ਤੇ ਦੂਜੀ ਨੂੰ ਆਖਿਆ ਸੁਖੋਪਤ, ਤੇ ਤੀਜੀ ਹੈ ਜਿਹੜੀ ਦੂਜੀ ਨੂੰ ਆਖਿਆ ਸੁਪਨ, ਤੇ ਤੀਜੀ ਨੂੰ ਆਖਿਆ ਸੁਖੋਪਤ, ਚੌਥੀ ਜਿਹੜੀ ਉਹਨੂੰ ਤੁਰੀਆ ਅਵਸਥਾ ਆਖਿਆ ਹੈ। ਪਹਿਲੀ ਦਾ ਨਾਮ ਹੈ ਜਾਗਰਤ ਅਵਸਥਾ, ਤੇ ਦੂਜੀ ਅਵਸਥਾ ਜਿਹੜੀ ਉਹਨੂੰ ਆਖਿਆ ਗਿਆ ਸੁਪਨ ਦੀ ਅਵਸਥਾ, ਤੇ ਤੀਸਰੀ ਅਵਸਥਾ ਜਿਹੜੀ ਉਹਨੂੰ ਆਖਿਆ ਗਿਆ ਹੈ ਸੁਖੋਪਤ, ਤੇ ਚੌਥੀ ਅਵਸਥਾ ਜਿਹੜੀ ਉਹਨੂੰ ਆਖਿਆ ਗਿਆ ਤੁਰੀਆ ਅਵਸਥਾ। ਇਹ ਅਵਸਥਾਵਾਂ ਇਸ ਕਰਕੇ ਬਣਾਈਆਂ ਕਿ ਸਾਨੂੰ ਇਹ ਪਤਾ ਲੱਗ ਜਾਵੇ ਕਿ ਅਸੀਂ ਪ੍ਰਭੂ ਪਰਮਾਤਮਾ ਦੀ ਭਜਨ ਬੰਦਗੀ ਸਿਮਰਨ ਤਾਂ ਕਰ ਰਹੇ ਹਾਂ, ਪਰ ਪਹੁੰਚੇ ਕਿੱਥੇ ਹਾਂ, ਸਾਡੀ ਪਹੁੰਚ ਕਿੱਥੋਂ ਤੱਕ ਹੋਈ ਹੈ। ਜਾਗਰਤ ਅਵਸਥਾ ਉਹ ਅਵਸਥਾ ਹੈ ਜਿਸ ਅਵਸਥਾ ਦੇ ਵਿੱਚ ਆਪਾਂ ਬੈਠੇ ਹੋਏ ਹਾਂ। ਹੁਣ ਸਾਡੇ ਨੇਤਰ ਖੁੱਲ੍ਹੇ ਨੇ, ਅਸੀਂ ਸੰਸਾਰ ਨੂੰ ਵੇਖ ਰਹੇ ਹਾਂ, ਸਮਾਜ ਨੂੰ ਵੇਖ ਰਹੇ ਹਾਂ, ਸਾਰਾ ਕੁਝ ਵੇਖ ਰਹੇ ਹਾਂ। ਇਹਨੂੰ ਜਾਗਰਤ ਅਵਸਥਾ ਆਖਿਆ। ਪਰ ਜਦੋਂ ਪੂਰੇ ਤੌਰ 'ਤੇ ਇਸ ਨੂੰ ਨਾ ਵੇਖਿਆ ਜਾਵੇ, ਨਾ ਇਸ ਨੂੰ ਨਾ ਸਮਝਿਆ ਜਾਵੇ, ਤੇ ਫਿਰ ਇਹ ਜਾਗਰਤ ਅਵਸਥਾ ਸਾਡੀ ਹੈ ਜਿਹੜੀ ਇਹ ਅਧੂਰੀ ਹੈ। ਜਿਵੇਂ ਕੋਈ ਗੁਰਮੁਖ ਪਿਆਰਾ ਤੁਰਿਆ ਜਾ ਰਿਹਾ ਹੈ, ਹੁਣ ਅੱਖਾਂ ਵੀ ਖੁੱਲ੍ਹੀਆਂ ਨੇ, ਰਾਹ ਵੀ ਇਹਨੂੰ ਦਿਸਦਾ, ਪਰ ਅੱਗੇ ਜਾਂਦੇ ਨੂੰ ਠੁੱਡਾ ਲੱਗ ਗਿਆ। ਇਹ ਪੂਰਨ ਰੂਪ ਦੇ ਵਿੱਚ ਜਾਗਰਤ ਅਵਸਥਾ ਦੇ ਵਿੱਚ ਨਹੀਂ, ਕਿਤੇ ਨਾ ਕਿਤੇ ਥੋੜ੍ਹਾ ਬਹੁਤ ਇਹ ਜ਼ਰੂਰ ਸੁੱਤਾ ਹੋਇਆ ਹੈ। ਜੇ ਜਾਗਦਾ ਹੁੰਦਾ ਤੇ ਫਿਰ ਇਹਨੂੰ ਇਹ ਅੱਗੇ ਜੋ ਏਟੇ ਜਿਸ ਚੀਜ਼ ਦਾ ਇਹਨੂੰ ਠੁੱਡਾ ਲੱਗਿਆ ਉਹਦਾ ਪਤਾ ਹੋਣਾ ਹੈ। ਕਈ ਵਾਰੀ ਇਸ ਤਰ੍ਹਾਂ ਦਾ ਵੀ ਹੋ ਜਾਂਦਾ, ਸਾਡੇ ਕੋਲੋਂ ਕੋਈ ਸਾਧਨ ਲੰਘ ਜਾਂਦਾ ਜਾਂ ਕੋਈ ਗੁਰਮੁਖ ਪਿਆਰਾ ਲੰਘ ਜਾਂਦਾ ਹੈ, ਤੇ ਕੋਈ ਸਾਨੂੰ ਪੁੱਛਦਾ ਉਹ ਜਿਹੜਾ ਤੇਰੇ ਕੋਲੋਂ ਇੱਥੋਂ ਹੋ ਕੇ ਗਿਆ ਹੈ ਉਹ ਕੌਣ ਸੀ, ਤੇ ਅਸੀਂ ਕਹਿ ਦਿੰਦੇ ਪਤਾ ਨਹੀਂ, ਮੈਂ ਤਾਂ ਧਿਆਨ ਨਾਲ ਨਹੀਂ ਵੇਖਿਆ। ਇਹ ਹੁਣ ਜਾਗਰਤ ਅਵਸਥਾ ਨਹੀਂ ਹੈਗੀ, ਇਹ ਅਰਧ ਜਾਗਰਤ ਅਵਸਥਾ ਹੈ। ਫਿਰ ਵਿਦਵਾਨ ਕਹਿੰਦੇ ਨੇ ਜਿਹੜਾ ਸੰਸਾਰ ਦੇ ਵਿੱਚ ਚੰਗੀ ਤਰ੍ਹਾਂ ਸੁਚੇਤ ਰਹਿੰਦਾ, ਸਾਵਧਾਨ ਰਹਿੰਦਾ ਹੈ, ਉਹਨੂੰ ਜਾਗਰਤ ਆਖਿਆ। ਇਸ ਤੋਂ ਅੱਗੇ ਆਉਂਦੀ ਸੁਪਨ ਅਵਸਥਾ। ਜੋ ਮਨੁੱਖ ਦਿਨੇ ਸਾਰਾ ਕਾਰੋਬਾਰ ਕਰਦਾ ਹੈ, ਉਹ ਸਾਰਾ ਜਿਹੜਾ ਹੈ ਉਹਨੂੰ ਸੁਪਨੇ ਦੇ ਵਿੱਚ ਹੋ ਕੇ ਉਵੇਂ ਦਿਸਦਾ। ਜਦੋਂ ਅਸੀਂ ਸੁੱਤੇ ਹੁੰਦੇ ਹਾਂ, ਜਿਹੜਾ ਸੁਪਨਾ ਵੇਖ ਰਿਹਾ ਇਹ ਨੀਂਦ ਦੀ ਇੱਕ ਅਵਸਥਾ, ਇਹਨੂੰ ਫਿਰ ਸੁਪਨ ਅਵਸਥਾ ਆਖਿਆ। ਸੁਪਨ ਅਵਸਥਾ ਤੋਂ ਅੱਗੇ ਫਿਰ ਆ ਜਾਂਦੀ ਹੈ ਸੁਖੋਪਤ ਅਵਸਥਾ। ਕਈ ਵਾਰੀ ਅਸੀਂ ਇਤਨੀ ਗਾੜੀ ਨੀਂਦ ਦੇ ਵਿੱਚ ਸੌਂ ਜਾਂਦੇ ਹਾਂ ਕਿ ਸਾਨੂੰ ਇਹ ਵੀ ਸੋਝੀ ਨਹੀਂ ਰਹਿੰਦੀ ਵੀ ਅਸੀਂ ਕਿੱਥੇ ਸੁੱਤੇ ਪਏ ਹਾਂ। ਜਦੋਂ ਅੱਖ ਖੁੱਲ੍ਹਦੀ ਹੈ ਨਾ, ਫਿਰ ਵੇਖਣਾ ਪੈਂਦਾ ਵੀ ਮੈਂ ਕਿੱਥੇ ਸੁੱਤਾ ਵਾਂ। ਇਸ ਤੋਂ ਅੱਗੇ ਆਉਂਦੀ ਹੈ ਫਿਰ ਤੁਰੀਆ ਅਵਸਥਾ। ਹੁਣ ਜਿਹੜੀ ਜਾਗਰਤ ਅਵਸਥਾ ਇਹ ਬਾਹਰੋਂ ਜਾਗੀ ਹੈ, ਜਿਹੜੀ ਸੁਪਨ ਅਵਸਥਾ ਹੈ ਇਹ ਜੋ ਇਹਨੇ ਦਿਨੇ ਕੀਤਾ ਹੈ ਨਾ, ਉਹਨੂੰ ਪ੍ਰਤੀਬਿੰਬ ਦੇ ਰੂਪ ਦੇ ਵਿੱਚ ਵੇਖ ਰਿਹਾ ਹੈ। ਇਹਨੂੰ ਇਸ ਤਰ੍ਹਾਂ ਸਮਝ ਲਓ ਜਿਵੇਂ ਛੋਟਾ ਜਿਹਾ ਬੱਚਾ ਹੋਵੇ, ਉਹਨੂੰ ਕਿਤਾਬ ਤਾਂ ਪੜ੍ਹਨੀ ਨਹੀਂ ਆਉਂਦੀ, ਤੇ ਉਹ ਕਿਤਾਬ ਦੇ ਪੇਜ ਨੇ ਜਿਹੜੇ ਉਹ ਫੋਲੀ ਜਾ ਰਿਹਾ ਹੈ, ਤੇ ਉਹਨਾਂ ਦੇ ਵਿੱਚ ਜਿਹੜੀਆਂ ਫੋਟੋਆਂ ਨੇ ਨਾ ਉਹਨਾਂ ਨੂੰ ਵੇਖ ਰਿਹਾ। ਸਮਝ ਕੋਈ ਨਹੀਂ, ਪਰ ਉਸ ਕਿਤਾਬ ਨੂੰ ਖੋਲ੍ਹ ਕੇ ਜ਼ਰੂਰ ਵੇਖ ਰਿਹਾ, ਉਹਦੇ 'ਚੋਂ ਫੋਟੋਆਂ ਜ਼ਰੂਰ ਵੇਖ ਰਿਹਾ। ਜਦੋਂ ਸਾਰੀਆਂ ਵੇਖ ਲੈਂਦਾ ਫਿਰ ਬੰਦ ਕਰਕੇ ਪਰਾਂ ਕਰਕੇ ਰੱਖ ਲੈਂਦਾ। ਹੁਣ ਕਿਤਾਬ ਜਿਹੜੀ ਹੈ ਸਾਰੀ ਇਹਨੇ ਫੋਲ ਰਹੀ ਹੈ, ਪਰ ਇਹਨੂੰ ਸਮਝ ਕੋਈ ਨਹੀਂ ਆਈ, ਕੇਵਲ ਫੋਟੋਆਂ ਵੇਖੀਆਂ ਨੇ ਤੇ ਸਮਝ ਉਹਨਾਂ ਦੀ ਵੀ ਨਹੀਂ। ਇਹ ਸਾਡੀ ਸੁਪਨ ਅਵਸਥਾ ਹੈ। ਅਸੀਂ ਸੁੱਤੇ ਹੁੰਦੇ ਹਾਂ, ਸਮਝ ਕੋਈ ਨਹੀਂ, ਬਸ ਦਿਨ ਦੀਆਂ ਕੋਈ ਯਾਦਾਂ ਜਿਹੜੀਆਂ ਨੇ ਉਹ ਫੋਟੋਆਂ ਦੇ ਰੂਪ ਦੇ ਵਿੱਚ ਸਾਡੇ ਦਿਮਾਗ ਦੇ ਵਿੱਚ ਚੱਲਦੀਆਂ ਰਹਿੰਦੀਆਂ ਨੇ, ਉਹ ਵੇਖ ਲੈਂਦੇ ਹਾਂ। ਇਸ ਤੋਂ ਅੱਗੇ ਫਿਰ ਸੁਖੋਪਤ ਅਵਸਥਾ ਹੈ। ਇਹਦੇ ਵਿੱਚ ਬਿਲਕੁਲ ਮਨੁੱਖ ਜਿਹੜਾ ਇਹ ਸੁਖੋਪਤ ਹੋ ਗਿਆ, ਗਾੜੀ ਨੀਂਦ ਦੇ ਵਿੱਚ ਚਲਾ ਗਿਆ। ਇਹਨੂੰ ਜਾਗਰਤ ਦਾ ਜਿਹੜਾ ਉਹ ਵੀ ਕੁਝ ਨਹੀਂ ਪਤਾ, ਤੇ ਸੁੱਤੇ ਹੋਏ ਦੇ ਅੰਦਰ ਕੋਈ ਫੋਟੋਆਂ ਜਿਹੜੀਆਂ ਪ੍ਰਤੀਬਿੰਬ ਵੇਖ ਰਿਹਾ ਉਹ ਵੀ ਨਹੀਂ ਹੈਗਾ। ਇਸ ਤੋਂ ਅੱਗੇ ਜਿਹੜੀ ਤੁਰੀਆ ਅਵਸਥਾ ਹੈ ਇਹ ਉਹ ਅਵਸਥਾ ਹੈ, ਇਹ ਅੰਦਰੋਂ ਵੀ ਜਾਗੇ ਹੈ ਤੇ ਬਾਹਰੋਂ ਵੀ ਜਾਗੇ। ਜਿਵੇਂ ਜਾਗਰਤ ਅਵਸਥਾ ਵਾਲਾ ਬਾਹਰ ਤਾਂ ਸਾਰਾ ਕੁਝ ਵੇਖ ਰਿਹਾ, ਪਰ ਆਪਣੇ ਅੰਦਰ ਦਾ ਕੁਝ ਵੀ ਗਿਆਨ ਨਹੀਂ, ਇਹਨੂੰ ਅੰਦਰ ਦੀ ਕੁਝ ਵੀ ਸੋਝੀ ਨਹੀਂ। ਪਰ ਤੁਰੀਆ ਅਵਸਥਾ ਜਦੋਂ ਪ੍ਰਾਪਤ ਹੋ ਜਾਂਦੀ ਹੈ, ਜਿਤਨਾ ਗਿਆਨ ਬਾਹਰੋਂ ਹੈ ਉਤਨਾ ਹੀ ਗਿਆਨ ਮਨੁੱਖ ਨੂੰ ਫਿਰ ਆਪਣੇ ਅੰਦਰ ਦਾ ਹੋ ਜਾਂਦਾ ਹੈ। ਜਿਵੇਂ ਧੰਨ ਗੁਰਬਾਣੀ ਦੇ ਅੰਦਰ ਭਗਤ ਪੀਪਾ ਜੀ ਦਾ ਸ਼ਬਦ ਆਉਂਦਾ ਹੈ, ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ। ਭਗਤ ਪੀਪਾ ਜੀ ਇੱਥੇ ਦੱਸਦੇ ਨੇ ਵੀ ਜਿਵੇਂ ਅਸੀਂ ਇਹਨਾਂ ਅੱਖਾਂ ਦੇ ਨਾਲ ਸਾਰਾ ਬ੍ਰਹਮੰਡ ਬਾਹਰੋਂ ਵੇਖ ਰਹੇ ਹਾਂ ਨਾ,
ਇਸੇ ਤਰ੍ਹਾਂ ਜਿਹੜੀਆਂ ਅੰਤਰੀਵ ਹਿਰਦੇ ਦੀਆਂ ਅੱਖਾਂ ਨੇ, ਉਹਨਾਂ ਦੇ ਨਾਲ ਜਦੋਂ ਅੰਦਰੋਂ ਅਸੀਂ ਉਸ ਪ੍ਰਭੂ ਪਰਮਾਤਮਾ ਨੂੰ ਵੇਖ ਲੈਣਾ ਹੈ, ਤੇ ਇਹ ਉਸ ਪ੍ਰਭੂ ਪਰਮਾਤਮਾ ਦੀ ਖੋਜ ਹੈ, ਤੇ ਜਿਹੜਾ ਇਸ ਖੋਜ ਦੇ ਵਾਲੇ ਪਾਸੇ ਚੱਲ ਪੈਂਦਾ ਉਹ ਲੱਭ ਲੈਂਦਾ ਹੈ। ਸੋ ਸੱਚੇ ਸਤਿਗੁਰ ਧੰਨ ਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ, ਅੱਜ ਦੇ ਪਾਵਨ ਸ਼ਬਦ ਦੇ ਅੰਦਰ ਸਾਨੂੰ ਇਹੀ ਦੱਸਿਆ ਕਿ ਉਸ ਪ੍ਰਭੂ ਪਰਮਾਤਮਾ ਨੂੰ ਕਿਵੇਂ ਲੱਭਣਾ ਹੈ। ਪਹਿਲੂ ਗੁਰੂ ਮਹਾਰਾਜ ਜੀ ਨਿਖਿੱਧ ਕਰਮ ਦੇ ਨਾਲ ਸਾਨੂੰ ਸੁਚੇਤ ਕਰਦੇ ਨੇ। ਖੋਜਤ ਖੋਜਤ ਮੈਂ ਫਿਰਾ, ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਵੀ ਲੱਭਦਿਆਂ ਅਸੀਂ ਬੜੀ ਧਰਤੀ ਨੂੰ ਫਿਰਨਾ ਕੀਤਾ। ਖੋਜੋ ਬਨ ਥਾਨ, ਤੇ ਲੱਭਿਆ ਕਿੱਥੇ ਕਿੱਥੇ, ਜੰਗਲਾਂ ਦੇ ਵਿੱਚ ਵੀ ਲੱਭਿਆ, ਤੇ ਹੋਰ ਜਿਹੜੇ ਥਾਨ ਤੋਂ ਭਾਵ ਭਈ ਜਿਹੜੀਆਂ ਜਗ੍ਹਾਵਾਂ ਨੇ ਜਿੱਥੇ ਸਾਨੂੰ ਲੱਗਦਾ ਵੀ ਪਰਮਾਤਮਾ ਇੱਥੇ ਹੋਵੇਗਾ, ਉਹਨਾਂ ਜਗ੍ਹਾ ਤੇ ਵੀ ਅਸੀਂ ਪ੍ਰਭੂ ਪਰਮਾਤਮਾ ਨੂੰ ਲੱਭ ਲਿਆ ਹੈ ਜੀ। ਅਛਲ ਅਛੇਦ ਅਭੇਦ ਪ੍ਰਭ ਐਸੇ ਭਗਵਾਨ, ਉਹ ਪ੍ਰਭੂ ਪਰਮਾਤਮਾ ਹੈ ਕਿਵੇਂ ਦਾ? ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਅਛਲ, ਉਹਨੂੰ ਛਲਿਆ ਨਹੀਂ ਜਾ ਸਕਦਾ, ਅਸੀਂ ਉਹਨੂੰ ਛਲ ਨਹੀਂ ਸਕਦੇ। ਛਲ ਦਾ ਅਰਥ ਹੁੰਦਾ ਕਪਟ ਕਰਨਾ, ਛਲ ਦਾ ਅਰਥ ਹੁੰਦਾ ਧੋਖਾ ਕਰਨਾ। ਜਿਵੇਂ ਅਸੀਂ ਕਿਸੇ ਨੂੰ ਵਿਖਾਵਾ ਕੁਝ ਹੋਰ ਕਰਕੇ ਤੇ ਅੰਦਰੋਂ ਕੁਝ ਹੋਰ ਹੋਈਏ ਨਾ, ਤੇ ਇਹ ਜਿਹੜਾ ਹੈ ਇਹ ਅਸੀਂ ਕਿਸੇ ਦੇ ਨਾਲ ਛਲ ਕਰ ਰਹੇ ਹਾਂ, ਪਰ ਉਸ ਪ੍ਰਭੂ ਪਰਮਾਤਮਾ ਦੇ ਨਾਲ ਇਸ ਤਰ੍ਹਾਂ ਅਸੀਂ ਛਲ ਕਪਟ ਨਹੀਂ ਕਰ ਸਕਦੇ। ਕਹਿਣ ਤੋਂ ਭਾਵ ਗੁਰੂ ਮਹਾਰਾਜ ਜੀ ਦਾ ਵੀ ਬਾਹਰੀ ਵਿਖਾਵਾ ਜਿਹੜਾ ਉਹ ਜੇ ਅਸੀਂ ਸੰਤ ਸਾਧ ਵਾਲਾ ਬਣਾ ਲਈਏ ਨਾ, ਤੇ ਉਹ ਪਰਮਾਤਮਾ ਜਿਹੜਾ ਉਹ ਇਸ ਧੋਖੇ ਦੇ ਵਿੱਚ ਨਹੀਂ ਆਉਂਦਾ। ਉਹਨੂੰ ਇਸ ਗੱਲ ਦਾ ਪਤਾ ਵੀ ਇਹ ਬਾਹਰੋਂ ਵਿਖਾਵੇ ਵਾਲਾ ਸੰਤ ਤੇ ਅੰਦਰੋਂ ਸੰਤ ਨਹੀਂ ਹੈਗਾ। ਇਹਨੂੰ ਆਖਿਆ ਜਾਂਦਾ ਅਛਲ, ਉਹ ਛਲਿਆ ਨਹੀਂ ਜਾ ਸਕਦਾ। ਅੱਗੇ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਆ ਛੇਦ, ਉਹਨੂੰ ਛੇਦਿਆ ਵੀ ਨਹੀਂ ਜਾ ਸਕਦਾ। ਛੇਦ ਦਾ ਅਰਥ ਹੁੰਦਾ ਵਿੰਨਣਾ। ਕਿਸੇ ਚੀਜ਼ ਨੂੰ ਵਿੰਨ ਕੇ ਪਰੋ ਕੇ ਅਸੀਂ ਗਲ ਦੇ ਵਿੱਚ ਪਾ ਲਈ, ਉਹ ਇਸ ਤਰ੍ਹਾਂ ਵੀ ਨਹੀਂ ਪਾਇਆ ਜਾ ਸਕਦਾ। ਸਾਡੇ ਕੋਲ ਕੋਈ ਵੀ ਇਸ ਤਰ੍ਹਾਂ ਦਾ ਸਾਧਨ ਨਹੀਂ ਹੈਗਾ ਜਿਹੜੇ ਸਾਧਨ ਦੇ ਨਾਲ ਉਸ ਪ੍ਰਭੂ ਪਰਮਾਤਮਾ ਨੂੰ ਨੱਥ ਪਾ ਕੇ ਨਾ, ਜਿਵੇਂ ਅਸੀਂ ਪਸ਼ੂਆਂ ਨੂੰ ਨੱਥ ਮਾਰ ਕੇ ਤੇ ਬੰਨ੍ਹ ਲੈਂਦੇ ਹਾਂ, ਇਸ ਤਰ੍ਹਾਂ ਛੇਦ ਕੇ ਉਹਨੂੰ ਅਸੀਂ ਬੰਨ੍ਹ ਕੇ ਰੱਖ ਲਈਏ, ਇਸ ਤਰ੍ਹਾਂ ਵੀ ਨਹੀਂ ਰੱਖਿਆ ਜਾ ਸਕਦਾ। ਅਸੀਂ ਧੋਖੇ ਦੇ ਨਾਲ ਵੀ ਉਸ ਪਰਮਾਤਮਾ ਦੀ ਪ੍ਰਾਪਤੀ ਨਹੀਂ ਕਰ ਸਕਦੇ। ਕਿਸੇ ਰੱਸੀ ਸੰਗਲ ਦੇ ਨਾਲ ਬੰਨ੍ਹ ਕੇ ਵੀ ਉਹਦੀ ਪ੍ਰਾਪਤੀ ਹੈ ਜਿਹੜੀ ਇਹ ਅਸੰਭਵ ਹੈ। ਅਭੇਦ, ਭੇਦ ਦਾ ਅਰਥ ਹੁੰਦਾ ਕਿਸੇ ਦਾ ਭੇਦ ਪਾ ਜਾਣਾ। ਅਭੇਦ, ਉਹ ਪ੍ਰਭੂ ਪਰਮਾਤਮਾ ਅਭੇਦ ਹੈ, ਤੇ ਉਹਦਾ ਜਿਹੜਾ ਭੇਦ ਹੈ ਨਾ ਉਹ ਵੀ ਸਾਡੇ ਤੋਂ ਨਹੀਂ ਪਾਇਆ ਜਾ ਸਕਦਾ। ਇਸ ਤਰ੍ਹਾਂ ਦੇ ਪ੍ਰਭੂ ਪਰਮਾਤਮਾ ਭਗਵਾਨ, ਭਗਵਾਨ ਦਾ ਅਰਥ ਹੁੰਦਾ ਖਟ ਭਗਾ। ਉਹ ਪ੍ਰਭੂ ਪਰਮਾਤਮਾ ਕਾਲ ਪੁਰਖ ਜੋ ਹੈ, ਉਹਦਾ ਜਿਹੜਾ ਸਾਧਨ ਹੈ ਪ੍ਰਾਪਤੀ ਦਾ, ਕੇਵਲ ਤੇ ਕੇਵਲ ਮਨ ਦੀ ਪਵਿੱਤਰਤਾ ਹੀ ਹੈ, ਆਤਮਕ ਰੰਗ ਹੈ ਜਿਹਦੇ ਨਾਲ ਮਿਲਦਾ ਹੈ। ਬਾਕੀ ਜੋ ਨੇ ਉਹ ਧੋਖੇ ਨੇ, ਛਲ ਨੇ, ਕਪਟ ਨੇ, ਤੇ ਉਹਨਾਂ ਦੇ ਨਾਲ ਪਰਮਾਤਮਾ ਨੂੰ ਨਹੀਂ ਪਾਇਆ ਜਾ ਸਕਦਾ ਹੈ ਜੀ। ਕਬ ਦੇਖੋ ਪ੍ਰਭ ਆਪਣਾ ਆਤਮ ਕੈ ਰੰਗ, ਇਹ ਰਾਓ ਵਾਲੀਆਂ ਤੁਕਾਂ ਨੇ। ਜਿਤਨਾ ਸ਼ਬਦ ਹੁੰਦਾ ਹੈ ਉਹ ਰਾਓ ਵਾਲੀਆਂ ਤੁਕਾਂ ਦੇ ਚੁਗਿਰਦੇ ਆਪਣੇ ਵਿਚਾਰਾਂ ਨੂੰ ਰੱਖ ਕੇ ਤੇ ਚੱਕਰ ਕੱਢਦਾ ਰਹਿੰਦਾ ਹੈ। ਕਬ ਦੇਖੋ ਪ੍ਰਭ ਆਪਣਾ ਆਤਮ ਕੈ ਰੰਗ, ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ। ਇੱਕ ਸਵਾਲ ਹੈ, ਕਦੋਂ ਵੇਖੀਏ ਉਸ ਪ੍ਰਭੂ ਪਰਮਾਤਮਾ ਨੂੰ? ਕਬ ਦੇਖੋ ਪ੍ਰਭ ਆਪਣਾ, ਆਪਣੇ ਪ੍ਰਭੂ ਪਰਮਾਤਮਾ ਨੂੰ ਮੈਂ ਕਦੋਂ ਵੇਖਣਾ ਕਰਾਂ? ਤੇ ਗੁਰੂ ਮਹਾਰਾਜ ਜੀ ਨੇ ਅੱਧੀ ਤੁਕ ਤੋਂ ਬਾਅਦ ਫਿਰ ਸਾਨੂੰ ਦੱਸਿਆ ਵੇਖਿਆ ਕਿਵੇਂ ਜਾਏਗਾ। ਆਤਮ ਕੈ ਰੰਗ, ਜੋ ਸਾਡੀ ਆਤਮਾ ਹੈ ਉਸ ਦੇ ਵਿੱਚ ਆਪਣੇ ਮਨ ਨੂੰ ਰੰਗ ਕੇ ਤੇ ਅਸੀਂ ਉਸ ਪਰਮਾਤਮਾ ਨੂੰ ਵੇਖ ਸਕਦੇ ਹਾਂ। ਇਹਨੂੰ ਇਸ ਤਰ੍ਹਾਂ ਸਮਝ ਲਓ ਜਿਵੇਂ ਸੂਰਜ ਹੈ, ਸੂਰਜ ਤੋਂ ਸਾਡੇ ਪਾਸ ਕਿਰਨਾਂ ਆ ਰਹੀਆਂ ਨੇ। ਹੁਣ ਕਿਰਨਾਂ ਕਿਸੇ ਨੂੰ ਨਹੀਂ ਦਿਸਦੀਆਂ, ਤੇ ਕਿਰਨਾਂ ਦੇ ਵਿੱਚੋਂ ਜੋ ਪ੍ਰਕਾਸ਼ ਹੁੰਦਾ ਉਹ ਸਾਨੂੰ ਸਾਰਿਆਂ ਨੂੰ ਮਹਿਸੂਸ ਹੋ ਰਿਹਾ, ਅਨੁਭਵ ਹੋ ਰਿਹਾ ਵੀ ਸੂਰਜ ਆ ਗਿਆ, ਕਿਰਨਾਂ ਆ ਗਈਆਂ ਨੇ ਤੇ ਪ੍ਰਕਾਸ਼ ਹੋ ਰਿਹਾ ਹੈ। ਇਸੇ ਤਰ੍ਹਾਂ ਪ੍ਰਭੂ ਪਰਮਾਤਮਾ ਤੋਂ ਆਤਮਾ ਆ ਰਹੀ ਹੈ, ਆਤਮਾ ਤੋਂ ਜੋ ਅੱਗੇ ਪ੍ਰਕਾਸ਼ ਉਹਨੂੰ ਅਸੀਂ ਮਨ ਆਖ ਦਿੰਦੇ ਹਾਂ। ਮਨ ਜਿਹੜਾ ਉਹਨੂੰ ਅਸੀਂ ਅਨੁਭਵ ਕਰਨੇ ਆ, ਮਹਿਸੂਸ ਕਰਦੇ ਹਾਂ। ਜਿਵੇਂ ਪ੍ਰਕਾਸ਼ ਪਕੜਿਆ ਨਹੀਂ ਜਾ ਸਕਦਾ, ਕੇਵਲ ਅਨੁਭਵ ਹੁੰਦਾ, ਮਹਿਸੂਸ ਹੁੰਦਾ ਹੈ, ਪਤਾ ਲੱਗਦਾ ਵੀ ਚਾਨਣ ਹੋ ਰਿਹਾ ਹੈ। ਉਸੇ ਤਰ੍ਹਾਂ ਮਨ ਦਾ ਸਾਨੂੰ ਅਨੁਭਵ ਹੈ। ਮਨ ਨੂੰ ਆਤਮਾ ਦੇ ਨਾਲ ਜੋੜਾਂਗੇ, ਭਾਵ ਪ੍ਰਕਾਸ਼ ਨੂੰ ਕਿਰਨਾਂ ਦੇ ਨਾਲ, ਤੇ ਕਿਰਨਾਂ ਦੇ ਨਾਲ ਫਿਰ ਉਸ ਸੂਰਜ ਤੱਕ ਜਿਹੜੀ ਇਹ ਪਹੁੰਚ ਹੋ ਸਕਦੀ ਹੈ। ਇਹੀ ਸਾਧਨ ਹੈ। ਉਸੇ ਤਰ੍ਹਾਂ ਮਨ ਨੂੰ ਆਤਮਾ ਦੇ ਨਾਲ ਜੋੜ ਕੇ ਆਤਮਾ ਜਿਹੜੀ ਹੈ ਉਹ ਫਿਰ ਪ੍ਰਭੂ ਪਰਮਾਤਮਾ ਦੇ ਵਿੱਚ ਅਭੇਦ ਹੋਵੇ। ਇਹਨੂੰ ਆਤਮ ਕੈ ਰੰਗ ਆਖਿਆ ਵੀ ਜਦੋਂ ਤੱਕ ਤੂੰ ਆਪਣੇ ਮਨ ਨੂੰ ਆਤਮਾ ਦੇ ਰੰਗ ਦੇ ਵਿੱਚ ਨਹੀਂ ਰੰਗਦਾ, ਉਦੋਂ ਤੱਕ ਤੈਨੂੰ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ। ਮੈਂ ਥੋੜ੍ਹੀ ਜਿਹੀ ਮਿਹਨਤ ਹੋਰ ਕਰਾਂਗਾ। ਕਬ ਦੇਖੋ ਪ੍ਰਭ ਆਪਣਾ, ਸਵਾਲ ਹੈ ਜਗਿਆਸੂ ਦੇ ਵੱਲੋਂ
ਕਿ ਕਦੋਂ ਉਸ ਪ੍ਰਭੂ ਪਰਮਾਤਮਾ ਨੂੰ ਮੈਂ ਵੇਖ ਨਾ ਕਰਾਂ। ਇਸ ਗੱਲ ਦੀ ਮੇਰੇ ਅੰਦਰ ਕਾਹਲ ਬਣੀ ਹੋਈ ਏ। ਇਸ ਗੱਲ ਦੇ ਲਈ ਮੈਂ ਬੜਾ ਉਤਾਵਲਾ ਹੋ ਰਿਹਾ ਤੇ ਉਸ ਪ੍ਰਭੂ ਨੂੰ ਲੱਭਣ ਦੇ ਲਈ ਮੈਂ ਬੜੇ ਜੰਗਲ ਜਿਹੜੇ ਨੇ ਇਹ ਵੀ ਲੱਭਣਾ ਕੀਤੇ ਨੇ, ਹੋਰ ਜਗ੍ਹਾ ਸਥਾਨ ਜੋ ਬਣੇ ਹੋਏ ਨੇ ਉਹ ਵੀ ਸਾਰੇ ਲੱਭਣੇ ਵੇਖਣੇ ਕੀਤੇ ਨੇ, ਪਰ ਉਹ ਪਰਮਾਤਮਾ ਮੈਨੂੰ ਨਹੀਂ ਮਿਲਿਆ। ਕਿਉਂ ਨਹੀਂ ਮਿਲਿਆ? ਕਿਉਂਕਿ ਮੈਂ ਉਹਦੇ ਨਾਲ ਧੋਖਾ ਨਹੀਂ ਕਰ ਸਕਦਾ। ਅਛਲ ਮੈਂ ਉਹਨੂੰ ਛਲ ਕੇ ਪ੍ਰਾਪਤ ਨਹੀਂ ਕਰ ਸਕਦਾ। ਅਛੇਦ ਮੈਂ ਉਹਨੂੰ ਨੱਥ ਪਾ ਕੇ ਆਪਣੇ ਨਾਲ ਨਹੀਂ ਬੰਨ੍ਹ ਕੇ ਰੱਖ ਸਕਦਾ। ਅਭੇਦ ਮੈਨੂੰ ਉਹਦਾ ਭੇਤ ਹੀ ਕੋਈ ਨਹੀਂ ਵੀ ਉਹਦੀ ਪ੍ਰਾਪਤੀ ਹੈ ਜਿਹੜੀ ਉਹ ਕਿਵੇਂ ਹੋਏਗੀ। ਪ੍ਰਭ ਐਸੇ ਭਗਵਾਨ ਮੇਰਾ ਪ੍ਰਭੂ ਪਰਮਾਤਮਾ ਜਿਹੜਾ ਇਸ ਤਰ੍ਹਾਂ ਦਾ ਉਹ ਵਾਹਿਗੁਰੂ ਹੈ। ਅਤੇ ਫਿਰ ਜਗਿਆਸੂ ਵੱਲੋਂ ਸਵਾਲ ਹੈ ਕਿ ਹੇ ਸੱਚੇ ਸਤਿਗੁਰੂ ਜੀ, ਇਹ ਤਾਂ ਸਾਰੇ ਕਰਮ ਨੇ ਜਿਹੜੇ ਤਾਂ ਨਖਿੱਧ ਹੋ ਗਏ, ਇਹਨਾਂ ਨਾਲ ਤਾਂ ਪ੍ਰਾਪਤੀ ਨਹੀਂ ਹੋਈ, ਤੇ ਫਿਰ ਕਿਰਪਾ ਕਰੋ ਸਾਨੂੰ ਦੱਸੋ ਕਬ ਦੇਖੋ ਪ੍ਰਭ ਆਪਣਾ, ਮੈਂ ਕਿਵੇਂ ਉਸ ਪ੍ਰਭੂ ਪਰਮਾਤਮਾ ਨੂੰ ਤੇ ਕਦੋਂ ਵੇਖਣਾ ਕਰਾਂ। ਫਿਰ ਗੁਰੂ ਮਹਾਰਾਜ ਜੀ ਸੱਚੇ ਸਤਿਗੁਰੂ ਉੱਤਰ ਦਿੰਦੇ ਨੇ, ਆਤਮਕ ਰੰਗ ਆਪਣੇ ਮਨ ਨੂੰ ਆਤਮਾ ਦੇ ਰੰਗ ਦੇ ਵਿੱਚ ਰੰਗਣਾ ਕਰ, ਉਸ ਪ੍ਰਭੂ ਪਰਮਾਤਮਾ ਦੇ ਪ੍ਰੇਮ ਰੰਗ ਦੇ ਵਿੱਚ ਰੰਗਣਾ ਕਰ, ਤੇ ਇਸ ਸਾਧਨ ਦੇ ਨਾਲ ਫਿਰ ਪ੍ਰਭੂ ਪਰਮਾਤਮਾ ਤੈਨੂੰ ਪ੍ਰਾਪਤ ਹੋਏਗਾ ਜੀ। ਜਾਗਰ ਤੇ ਸੁਪਨਾ ਭਲਾ ਬਸੀਐ ਪ੍ਰਭ ਸੰਗ। ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਹੁਣ ਜੋ 4 ਅਵਸਥਾ ਦਾਸ ਨੇ ਪ੍ਰਾਰੰਭਤਾ ਦੇ ਵਿੱਚ ਦੱਸੀਆਂ ਸੀ, ਉਹਨਾਂ ਨਾਲ ਥੋੜਾ ਜਿਹਾ ਹੋਰ ਜੁੜਨਾ ਪਏਗਾ। ਫਿਰ ਪਤਾ ਲੱਗੇਗਾ ਜਾਗਣ ਤੇ ਸੁਪਨਾ ਭਲਾ, ਵੀ ਜਾਗਣ ਦੇ ਨਾਲੋਂ ਸੁਪਨਾ ਜਿਹੜਾ ਉਹ ਚੰਗਾ ਕਿਉਂ ਹੈ। ਅਸੀਂ ਸਾਰੇ ਹੁਣ ਜਾਗਦੇ ਹਾਂ ਤੇ ਜਾਗਰਤ ਅਵਸਥਾ ਦੇ ਵਿੱਚ ਜੋ ਅਸੀਂ ਕਰ ਰਹੇ ਹਾਂ, ਜੋ ਅਸੀਂ ਵੇਖ ਰਹੇ ਹਾਂ, ਜੋ ਅਸੀਂ ਵੇਖਿਆ ਹੈ, ਉਸੇ ਤਰ੍ਹਾਂ ਦਾ ਫਿਰ ਰਾਤਰੀ ਨੂੰ ਸਾਨੂੰ ਸੁਪਨਾ ਆਉਂਦਾ ਹੈ। ਹੁਣ ਜਿਹੜਾ ਗੁਰਮੁਖ ਪਿਆਰਾ ਸਾਰਾ ਦਿਨ ਬਾਣੀ ਦੇ ਨਾਲ ਜੁੜਿਆ ਰਹਿੰਦਾ ਹੈ, ਸਾਰਾ ਦਿਨ ਸੱਚੇ ਸਤਿਗੁਰ ਦੇ ਸਿਮਰਨ ਦੇ ਨਾਲ ਜੁੜਿਆ ਰਹਿੰਦਾ ਹੈ, ਉਸ ਨੂੰ ਰਾਤ ਨੂੰ ਸੁਪਨੇ ਨੇ ਜਿਹੜੇ ਫਿਰ ਉਸ ਪਰਮਾਤਮਾ ਦੇ ਆਉਣਗੇ, ਉਸ ਵਾਹਿਗੁਰੂ ਦੇ ਸੁਪਨੇ ਆਉਣਗੇ। ਬਾਣੀ ਪੜ੍ਹਦਾ ਹੋਏਗਾ, ਸਿਮਰਨ ਕਰਦਾ ਹੋਏਗਾ, ਇਸ ਤਰ੍ਹਾਂ ਦੇ ਫਿਰ ਉਹਨੂੰ ਸੁਪਨੇ ਆਉਣਗੇ। ਹੁਣ ਜਿਹੜਾ ਸਾਰਾ ਦਿਨ ਭਾਂਡੇ ਵੇਚਦਾ ਤੇ ਉਹ ਸੁਪਨੇ ਦੇ ਵਿੱਚ ਵੀ ਭਾਂਡੇ ਹੀ ਵੇਚਦਾ ਹੈ। ਜਿਹੜਾ ਸਾਰਾ ਦਿਨ ਕੱਪੜੇ ਵੇਚਦਾ ਉਹ ਸੁਪਨੇ ਦੇ ਵਿੱਚ ਵੀ ਦੁਕਾਨ ਤੇ ਜਾ ਕੇ ਕੱਪੜੇ ਹੀ ਵੇਚੇਗਾ। ਭਾਵ ਉਹ ਜੋ ਮਨੁੱਖ ਕਿਰਿਆ ਕਰਦਾ ਦਿਨ ਦੇ ਸਮੇਂ ਜਾਗਰਤ ਅਵਸਥਾ ਦੇ ਵਿੱਚ, ਜਿਹੜੀ ਸੁਪਨ ਅਵਸਥਾ ਹੈ ਉਹਦੇ ਵਿੱਚ ਫਿਰ ਉਹ ਸਾਰਾ ਕੁਝ ਉਸੇ ਤਰ੍ਹਾਂ ਕਰਦਾ ਹੈ। ਹੁਣ ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਜਾਗਣ ਤੇ ਸੁਪਨਾ ਭਲਾ ਭਾਈ। ਇਸ ਜਾਗਣ ਦੇ ਨਾਲੋਂ ਤਾਂ ਉਹ ਗੁਰਮੁਖਾਂ ਦਾ ਸੁਪਨਾ ਭਲਾ ਹੈ। ਕਹਿਣ ਤੋਂ ਭਾਵ ਵੀ ਜਿਹੜਾ ਮਨੁੱਖ ਜਾਗਦਾ ਹੈ ਉਹ ਸੁਪਨੇ ਦੇ ਵਿੱਚ ਨਹੀਂ, ਤੇ ਉਹ ਫਿਰ ਵੀ ਜਾਗਦਾ ਹੋਇਆ ਵੀ ਸੁਪਨੇ ਵੇਖ ਰਿਹਾ। ਕਿਵੇਂ ਵੇਖ ਰਿਹਾ? ਮਨ ਦੇ ਅੰਦਰ ਜੋ ਊਟ ਪਟਾਂਗ ਸੋਚ ਰਿਹਾ ਨਾ ਵੀ ਆ ਇਸ ਤਰ੍ਹਾਂ ਹੋ ਜਾਵੇ ਤੇ ਆ ਇਸ ਤਰ੍ਹਾਂ ਹੋ ਜਾਵੇ, ਇਹ ਜਾਗਦਾ ਸੁਪਨੇ ਵੇਖ ਰਿਹਾ ਹੈ। ਦਾਸ ਨੇ ਆਪਣੇ ਜੀਵਨ ਦੇ ਵਿੱਚ ਕਈ ਪ੍ਰਾਣੀ ਇਸ ਤਰ੍ਹਾਂ ਦੇ ਵੇਖੇ ਨੇ, ਉਹਨਾਂ ਦੇ ਮਨ ਦੇ ਵਿੱਚ ਜੋ ਗੱਲ ਚੱਲ ਰਹੀ ਹੁੰਦੀ ਹੈ ਨਾ, ਉਹ ਗੱਲ ਨੂੰ ਚਲਦਿਆਂ ਚਲਦਿਆਂ ਜਾਂ ਤਾਂ ਫਿਰ ਉਹ ਹੱਥ ਹਿਲਾਉਣ ਲੱਗ ਜਾਂਦੇ ਨੇ, ਜਿਵੇਂ ਕਿਸੇ ਦੇ ਨਾਲ ਗੱਲ ਕਰਦੇ ਹੋਣ, ਤੇ ਜਾਂ ਫਿਰ ਕੋਈ ਖੁਸ਼ੀ ਵਾਲੀ ਗੱਲ ਉਹਨਾਂ ਦੇ ਮਨ ਦੇ ਵਿੱਚ ਆਵੇ ਤੇ ਅਚਨਚੇਤ ਉਹਨਾਂ ਦੇ ਮੁਖ ਦੇ ਵਿੱਚੋਂ ਹਾਸਾ ਨਿਕਲ ਜਾਂਦਾ ਹੈ। ਜਾਂ ਕਈ ਵਾਰੀ ਉਹ ਅਚਨਚੇਤ ਬੋਲਣ ਲੱਗ ਜਾਂਦੇ ਨੇ, ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਅਸੀਂ ਇਕੱਲੇ ਹਾਂ ਤੇ ਇੱਥੇ ਸਾਡੇ ਨਾਲ ਤਾਂ ਕੋਈ ਹੈ ਨਹੀਂ ਤੇ ਅਸੀਂ ਕਿਹਦੇ ਨਾਲ ਬੋਲੀ ਜਾਂਦੇ ਹਾਂ। ਸੋ ਇਹ ਹੁਣ ਜਾਗਦਾ ਹੋਇਆ ਸੁਪਨਾ ਵੇਖ ਰਿਹਾ ਹੈ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਜਾਗਣ ਤੇ ਸੁਪਨਾ ਭਲਾ। ਇਸ ਤਰ੍ਹਾਂ ਦਾ ਮਨੁੱਖ ਜੋ ਜਾਗਦਾ ਹੈ ਪਰ ਪਰਮਾਤਮਾ ਦਾ ਨਾਮ ਨਹੀਂ ਜਪ ਰਿਹਾ, ਮਨ ਦੇ ਵਿੱਚ ਜਿਹੜਾ ਹੈ ਨਾ ਉਹ ਸੁਪਨਾ ਵੇਖ ਰਿਹਾ ਹੈ, ਉਹਦੇ ਮਨ ਦੇ ਵਿੱਚ ਸੁਪਨਾ ਵੇਖਣ ਵਾਲੇ ਮਨੁੱਖ ਦੇ ਜਾਗਣ ਦੇ ਨਾਲੋਂ ਜਿਹੜਾ ਗੁਰਮੁਖ ਹੈ ਨਾ ਉਸ ਦਾ ਸੁਪਨਾ ਭਲਾ ਹੈ। ਕਿਉਂਕਿ ਗੁਰਮੁਖ ਜਦੋਂ ਜਾਗਦਾ ਸੀ ਉਦੋਂ ਵੀ ਬਾਣੀ ਦੇ ਨਾਲ ਜੁੜਿਆ ਸੀ, ਸਿਮਰਨ ਦੇ ਨਾਲ ਜੁੜਿਆ ਸੀ, ਤੇ ਜਦੋਂ ਸੁਪਨਾ ਵੇਖ ਰਿਹਾ ਉਹਨੂੰ ਸੁਪਨਾ ਜਿਹੜਾ ਆਇਆ ਹੈ ਉਹ ਵੀ ਪਰਮਾਤਮਾ ਦੇ ਨਾਮ ਜਪਦੇ ਦਾ, ਸਿਮਰਨ ਕਰਦੇ ਦਾ ਆਇਆ ਹੈ। ਮੇਰੇ ਖਿਆਲ ਗੱਲ ਪਕੜ 'ਚ ਆ ਗਈ ਹੋਣੀ। ਜਾਗਣ ਤੇ ਸੁਪਨਾ ਭਲਾ, ਸੱਚੇ ਸਤਿਗੁਰ ਕਿਰਪਾ ਕਰਦੇ ਨੇ। ਜਾਗਣ ਦੇ ਨਾਲੋਂ ਸੁਪਨਾ ਭਲਾ ਹੈ ਭਾਈ, ਬਸੀਏ ਪ੍ਰਭ ਸੰਗ। ਜਿਹੜੇ ਸੁਪਨੇ ਦੇ ਵਿੱਚ ਅਸੀਂ ਪ੍ਰਭੂ ਪਰਮਾਤਮਾ ਦੇ ਨਾਲ ਵਸਦੇ ਹਾਂ, ਉਹ ਜਾਗਣਾ ਜਿਹੜਾ ਉਹ ਬੁਰਾ ਹੈ। ਜਦੋਂ ਅਸੀਂ ਹੈ ਜਾਗਦੇ ਹਾਂ ਪਰ ਰੱਬ ਦਾ ਨਾਂ ਨਹੀਂ ਲੈ ਰਹੇ, ਸਿਮਰਨ ਨਹੀਂ ਕਰ ਰਹੇ, ਉਹ ਜਾਗਣਾ ਜਿਹੜਾ ਉਹ ਬੁਰਾ ਹੈ। ਉਹ ਸੁਪਨਾ ਜਿਹੜਾ ਉਹ ਚੰਗਾ ਹੈ। ਜਦੋਂ ਸੁਪਨੇ ਦੇ ਵਿੱਚ ਅਸੀਂ ਪ੍ਰਭੂ ਪਰਮਾਤਮਾ ਦੇ ਨਾਲ ਜੁੜੇ ਹਾਂ, ਨਾਮ ਸਿਮਰਨ ਦੇ ਨਾਲ ਜੁੜੇ ਹੋਏ ਹਾਂ ਜੀ। ਰਹਾਉ ਵਰਨ ਆਸ਼ਰਮ ਸ਼ਾਸਤਰ ਸੁਨੋ ਦਰਸ਼ਨ ਕੀ ਪਿਆਸ। ਹੁਣ ਧੰਨ ਗੁਰੂ ਮਹਾਰਾਜ ਜੀ ਵਿਸ਼ਰਾਮ ਲਾ ਕੇ ਅੱਗੇ ਹੋਰ ਕਿਰਪਾ ਕਰਦੇ ਨੇ। 4 ਵਰਨ ਬਣਾਏ ਸਨ ਤੇ 4 ਹੀ ਆਸ਼ਰਮ ਬਣਾਏ ਸਨ। ਇਹ ਜਿਹੜੇ 4 ਵਰਨ ਤੇ 4 ਆਸ਼ਰਮ ਸਨ ਨਾ,
ਇਹ ਵੀ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਦੇ ਸਾਧਨ ਬਣਾਏ ਸਨ, ਪਰ ਇਹ ਵੀ ਨਖਿੱਧ ਕਰਮ ਨੇ। ਨਖਿੱਧ ਕਰਮ ਉਹਨਾਂ ਕਰਮਾਂ ਨੂੰ ਆਖਿਆ ਜਾਂਦਾ ਜਿਨ੍ਹਾਂ ਤੋਂ ਪ੍ਰਾਪਤ ਕੁਝ ਵੀ ਨਾ ਹੋਵੇ। ਜਿਵੇਂ ਕੋਈ ਬੱਚਾ ਬਾਹਰ ਧੁੱਪ ਦੇ ਵਿੱਚ ਬਹਿ ਜਾਵੇ, ਜੇਠ ਹਾੜ ਦੇ ਦਿਨ ਹੋਣ ਤੇ ਬੜੀ ਗਰਮੀ ਪੈਂਦੀ ਹੋਵੇ, ਧੁੱਪ ਪੈਂਦੀ ਹੋਵੇ, ਤੇ ਉਹਨੂੰ ਉਹਦੀ ਮੰਮੀ ਪੁੱਛੇ ਵੀ ਤੂੰ ਇੱਥੇ ਧੁੱਪ 'ਚ ਕਿਉਂ ਬੈਠਾ ਹੈ, ਤੇ ਉਹ ਬੱਚਾ ਇਹ ਆਖੇ ਵੀ ਮੈਂ ਧੁੱਪ 'ਚ ਤਾਂ ਬੈਠਾ, ਮੇਰਾ ਜਿਹੜਾ ਪਸੀਨਾ ਹੈ ਨਾ ਮੁੜਕਾ ਆਉਂਦਾ, ਮੈਨੂੰ ਇਹ ਸੁੱਕ ਜਾਵੇ। ਹੁਣ ਧੁੱਪ ਦੇ ਵਿੱਚ ਤਾਂ ਵੇਖੋ ਪਸੀਨਾ ਜ਼ਿਆਦਾ ਆਏਗਾ, ਘੱਟ ਥੋੜ੍ਹੀ ਆਏਗਾ। ਇਹ ਨਖਿੱਧ ਕਰਮ ਹੈ ਜਿਹੜੇ ਮਨੁੱਖ ਨੂੰ ਇਹ ਹੀ ਨਹੀਂ ਪਤਾ ਵੀ ਕਿਹੜੀ ਕਿਰਿਆ ਦੇ ਨਾਲ ਮੇਰੇ ਸਰੀਰ ਦੇ ਅੰਦਰ ਕੀ ਅਵਸਥਾ ਕਿਸ ਤਰ੍ਹਾਂ ਬਣਨਾ ਹੈ, ਉਹਨੂੰ ਨਖਿੱਧ ਕਰਮ ਆਖਿਆ ਜਾਂਦਾ ਹੈ। ਦੂਸਰਾ ਇੱਕ ਹੋਰ ਉਦਾਹਰਨ ਹੈ, ਕੋਈ ਇਸ ਤਰ੍ਹਾਂ ਦਾ ਪ੍ਰਾਣੀ ਹੋਵੇ, ਆਖੇ ਮੈਂ ਰੋਟੀ ਨਹੀਂ ਖਾਂਦਾ, ਘਿਓ ਨਹੀਂ ਖਾਂਦਾ, ਭਾਈ ਸ਼ਾਇਦ ਭੁੱਖਿਆ ਰਿਹਾ ਰੱਬ ਮਿਲ ਜਾਵੇ, ਪਰ ਉਹ ਪਰਮਾਤਮਾ ਭੁੱਖੇ ਰਿਹਾ ਵੀ ਨਹੀਂ ਮਿਲਦਾ। ਸੋ ਗੁਰੂ ਮਹਾਰਾਜ ਜੀ ਨੇ ਇੱਥੇ ਸਾਨੂੰ ਦੱਸਿਆ ਵਰਨ, 4 ਵਰਨ ਨੇ, ਖੱਤਰੀ, ਬ੍ਰਾਹਮਣ, ਸੂਦ, ਵੈਸ। ਇਹਨਾਂ ਦੀ ਵੰਡ ਕੀਤੀ ਗਈ ਸੀ ਜਾਤਾਂ ਦੇ ਹਿਸਾਬ ਦੇ ਨਾਲ, ਵੀ ਜਿਹੜਾ ਬ੍ਰਾਹਮਣ ਹੈ ਉਹ ਉੱਚੀ ਜਾਤ ਦਾ ਹੈ, ਜਿਹੜਾ ਖੱਤਰੀ ਉਹ ਦੇਸ਼ ਦੀ ਰੱਖਿਆ ਕਰਨ ਵਾਲਾ ਬਲਵਾਨ ਹੈ, ਤੇ ਜਿਹੜਾ ਵੈਸ਼ਨਵ ਹੈ ਨਾ ਉਹ ਆਪਣਾ ਖੇਤੀਬਾੜੀ ਉਪਜੀਵਕਾ ਜਿਹੜੀ ਸਾਰਿਆਂ ਦੀ ਰੋਜੀ ਰੋਟੀ ਅੰਨ ਪਾਣੀ ਵਾਲਾ, ਤੇ ਸ਼ੂਦਰ ਜਿਹੜਾ ਉਹ ਸਾਰਿਆਂ ਦਾ ਸੇਵਾਦਾਰ ਹੈ। ਪਰ ਇਹ ਜਿਹੜੇ 4 ਵਰਨ ਬਣਾਏ ਸਨ, ਇਹਨਾਂ ਦੇ ਨਾਲ ਵੀ ਉਸ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਨਾ ਹੋ ਸਕੀ। ਆਸ਼ਰਮ, ਇਹ 4 ਆਸ਼ਰਮ ਨੇ। 25 ਸਾਲ ਦੀ ਉਮਰ ਤੱਕ ਜਿਹੜਾ ਸੀ ਉਹ ਬ੍ਰਹਮਚਾਰਿਆ ਜੀਵਨ ਦੱਸਿਆ ਗਿਆ ਸੀ, ਵੀ ਵਿਦਿਆ ਪੜ੍ਹਨੀ ਹੈ, 25 ਸਾਲ ਤੱਕ ਵਿਆਹ ਨਹੀਂ ਕਰਾਉਣਾ। ਉਸ ਤੋਂ ਬਾਅਦ ਫਿਰ ਦੂਜਾ ਆ ਜਾਂਦਾ ਗ੍ਰਸਥ ਆਸ਼ਰਮ। ਜਦੋਂ ਪੂਰਨ ਰੂਪ ਦੇ ਵਿੱਚ ਵਿਦਿਆ ਪੜ੍ਹ ਲਈ ਤੇ ਕਿਸੇ ਕਾਰਜ ਦੇ ਯੋਗ ਹੋ ਗਿਆ, ਮਾਤਾ ਪਿਤਾ ਦੇ ਉੱਤੇ ਬੋਝ ਨਾ ਬਣੇ, ਆਪਣਾ ਕਾਰੋਬਾਰ ਆਪ ਕਰ ਸਕੇ, ਆਪਣੀ ਰੋਜੀ ਰੋਟੀ ਆਪ ਕਮਾ ਸਕੇ, ਤੇ ਫਿਰ ਉਹਨੂੰ ਹੁਕਮ ਹੈ ਵੀ ਉਹ ਗ੍ਰਸਥ ਆਸ਼ਰਮ ਦੇ ਵਿੱਚ ਜਾ ਸਕਦਾ ਹੈ। ਫਿਰ ਅੱਗੇ ਸੀ ਉਸ ਤੋਂ ਬਾਅਦ ਬਣ ਆਸ਼ਰਮ ਤੇ ਸੰਨਿਆਸ ਆਸ਼ਰਮ। ਜਦੋਂ ਹੁਣ 50 ਸਾਲ ਦਾ ਹੋ ਗਿਆ, ਉਹਨੇ ਫਿਰ ਆਪਣੇ ਬੱਚਿਆਂ ਨੂੰ ਇਸੇ ਤਰ੍ਹਾਂ ਸਾਰਾ ਕਾਰੋਬਾਰ ਛੱਡ ਕੇ ਤੇ ਸੰਨਿਆਸ ਲੈ ਲੈਣਾ ਹੈ, ਫਿਰ ਅੱਗੇ ਵਿਚਰਨਾ। ਇਹਨਾਂ ਨੂੰ ਆਸ਼ਰਮ ਆਖਿਆ ਜੀ। ਸਨਾਤਨ ਧਰਮ ਵਾਲਿਆਂ ਨੇ ਵੰਡੇ ਸ਼ਾਸਤਰ, ਇਹ 6 ਸ਼ਾਸਤਰ ਨੇ। ਸੁਣੋ, ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਇਹਨਾਂ ਦੇ ਗਿਆਨ ਨੂੰ ਵੀ ਅਸੀਂ ਸੁਣ ਲਿਆ, ਪਰ ਇਹਨਾਂ ਤੋਂ ਵੀ ਸਾਨੂੰ ਕੁਝ ਪ੍ਰਾਪਤੀ ਨਾ ਹੋਈ, ਉਸ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਨਾ ਹੋਈ। ਦਰਸ਼ਨ ਕੀ ਪਿਆਸ, ਉਹ ਪ੍ਰਭੂ ਪਰਮਾਤਮਾ ਦੇ ਜਿਹੜੇ ਦਰਸ਼ਨਾਂ ਦੀ ਪਿਆਸ ਸੀ ਨਾ, ਉਹ ਭਾਈ ਉਵੇਂ ਜਿਵੇਂ ਬਣੀ ਰਹੀ ਹੈ ਜੀ। ਰੂਪ ਨਾ ਰੇਖ ਨਾ ਪੰਚ ਤਤ ਠਾਕੁਰ ਅਬਨਾਸ। ਧੰਨ ਗੁਰੂ ਮਹਾਰਾਜ ਜੀ ਇਸ ਤੁਕ ਦੇ ਅੰਦਰ ਪ੍ਰਭੂ ਪਰਮਾਤਮਾ ਦਾ ਚਿਤਰਨ ਕਰਦੇ ਨੇ। ਰੂਪ ਨਾ, ਉਹਦਾ ਕੋਈ ਰੂਪ ਨਹੀਂ। ਰੂਪ ਦਾ ਅਰਥ ਹੁੰਦਾ ਆਕਾਰ। ਜਿਵੇਂ ਸਾਡਾ ਆਕਾਰ ਹੈ ਮਨੁੱਖਾਂ ਵਾਲਾ, ਪਸ਼ੂਆਂ ਦਾ ਆਕਾਰ ਹੈ ਪਸ਼ੂਆਂ ਵਾਲਾ, ਇਹਨੂੰ ਆਕਾਰ ਆਖਿਆ ਜਾਂਦਾ, ਇਸੇ ਨੂੰ ਰੂਪ ਆਖ ਦਿੰਦੇ। ਰੂਪ ਨਾ, ਉਸ ਪਰਮਾਤਮਾ ਦਾ ਰੂਪ ਕੋਈ ਨਹੀਂ। ਰੇਖ ਜੋ ਰਖਾਵਾਂ ਨੇ ਇਹ ਵੀ ਨਹੀਂ ਹੈਗੀਆਂ। ਨਾ 5 ਤੱਤ, ਅਪ ਤੇਜ ਵਾਯ ਪ੍ਰਿਥਵੀ ਆਕਾਸ਼ਾ, ਇਹ ਭਾਈ 5 ਤੱਤ ਨੇ, ਤੇ ਉਸ ਪ੍ਰਭੂ ਪਰਮਾਤਮਾ ਦਾ ਜੋ ਰੂਪ ਹੈ, ਆਕਾਰ ਹੈ, ਉਹ ਇਹਨਾਂ 5 ਤੱਤਾਂ ਦੇ ਨਾਲ ਵੀ ਨਹੀਂ ਬਣਿਆ। ਠਾਕੁਰ ਹੈ ਸਾਡਾ ਸਾਰਿਆਂ ਦਾ ਆਸਰਾ, ਅਬਨਾਸ ਤੇ ਨਾਸ ਤੋਂ ਰਹਿਤ ਹੈ ਜੀ। ਉਹ ਸਰੂਪ ਸੰਤਨ ਕਹ ਹੈ ਬਿਰਲੇ ਜੋਗੀਸਰ। ਹੁਣ ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਉਸ ਪਰਮਾਤਮਾ ਦਾ ਸਰੂਪ ਹੈ ਨਾ ਜਿਹੜਾ, ਉਹ ਸੰਤ ਹੀ ਕਹਿ ਰਹੇ ਨੇ। ਉਹ ਸਰੂਪ ਸੰਤਨ ਕਹੇ, ਜਿਹੜੇ ਸੰਤ ਨੇ ਉਹਦੇ ਪਰਮਾਤਮਾ ਦੇ ਸਰੂਪ ਨੂੰ ਉਹ ਜਾਣਦੇ ਨੇ। ਜਿਹੜੇ ਜਾਣਦੇ ਨੇ ਉਹਨਾਂ ਨੂੰ ਉਸ ਪਰਮਾਤਮਾ ਦਾ ਪਤਾ ਹੈ। ਉਹ ਸਰੂਪ ਸੰਤਨ ਕਹੇ ਵਿਰਲੇ ਜੋਗੀਸਰ। ਜੋਗੀ ਦਾ ਅਰਥ ਹੁੰਦਾ ਜੁੜਿਆ ਹੋਇਆ, ਤੇ ਸੁਰ ਜਿਹੜਾ ਉਸ ਪਰਮਾਤਮਾ ਦੇ ਨਾਲ ਜੁੜ ਗਿਆ ਉਹ ਜੋਗੀਸਰ ਹੋ ਗਿਆ, ਭਾਵ ਸ੍ਰੇਸ਼ਟ ਜੋਗੀ ਬਣ ਗਿਆ ਹੈ। ਸੱਚੇ ਸਤਿਗੁਰੂ ਨੇ ਤੀਸਰੀ ਪੌੜੀ ਦੇ ਅੰਦਰ ਸਾਨੂੰ ਇਹ ਦੱਸਿਆ ਉਹ ਸਰੂਪ। ਫਿਰ ਉਸ ਪਰਮਾਤਮਾ ਦਾ ਸਰੂਪ ਕਿਹੜਾ ਹੈ? ਸਵਾਲ ਪੈਦਾ ਹੋ ਗਿਆ ਨਾ। ਰੂਪ ਉਹਦਾ ਕੋਈ ਆਕਾਰ ਵੀ ਨਹੀਂ, ਨਾ ਰੇਖ, ਨਾ ਕੋਈ ਉਹਦੀ ਰੇਖ ਮੇਖ ਕੇ, ਨਾ 5 ਤੱਤਾਂ ਤੋਂ ਬਣਿਆ ਹੈ, ਤੇ ਫਿਰ ਉਹ ਪਰਮਾਤਮਾ ਜੋ ਨਾਸ ਤੋਂ ਰਹਿ ਤੇ ਸਾਡਾ ਆਸਰਾ, ਉਹ ਹੈ ਕਿਵੇਂ ਦਾ? ਗੁਰੂ ਮਹਾਰਾਜ ਜੀ ਸੱਚੇ ਸਤਿਗੁਰੂ ਨੇ ਕਿਰਪਾ ਕੀਤੀ, ਸਾਨੂੰ ਦੱਸਿਓ ਉਹ ਸਰੂਪ ਸੰਤਨ ਕਹੇ। ਜਿਹੜੇ ਸੰਤ ਨੇ ਨਾ ਉਹ ਦੱਸ ਸਕਦੇ ਨੇ ਉਸ ਦੇ ਸਰੂਪ ਨੂੰ, ਉਹ ਕਹਿ ਸਕਦੇ ਨੇ। ਵਿਰਲੇ ਜੋਗੀਸਰ, ਇਸ ਤਰ੍ਹਾਂ ਦੇ ਹੈਨ ਵਿਰਲੇ ਗੱਲਾਂ ਵਾਲੇ ਹੈਨ, ਘਨੇਰੇ ਗੱਲਾਂ ਵਾਲੇ ਤਾਂ ਬਥੇਰੇ ਮਿਲ ਜਾਣਗੇ। ਜਿਵੇਂ ਬਾਬਾ ਫਰੀਦ ਜੀ ਦਾ ਫਰਮਾਨ ਹੁੰਦਾ ਹੈ, ਗੱਲੀ ਵੀ ਜੇ ਗੱਲਾਂ ਕਰਨ ਲੱਗ ਜਾਈਏ ਨਾ, ਤੇ ਫਿਰ ਸਾਨੂੰ 20 ਜਾਣੇ ਜਿਹੜੇ ਨੇ ਉਹ ਇਕੱਠੇ ਹੋ ਕੇ ਮਿਲ ਜਾਣਗੇ ਗੱਲਾਂ ਸੁਣਨ ਵਾਸਤੇ। ਤੇ ਜੇ ਪਰਮਾਤਮਾ ਦਾ ਨਾਮ ਜਪਣਾ ਹੋਵੇ, ਬਾਣੀ ਪੜ੍ਹਨੀ ਹੋਵੇ, ਤੇ ਫਿਰ 1-2 ਜਾਣੇ ਰਹਿ ਜਾਣਗੇ, ਬਾਕੀ ਸਾਰੇ ਖਿਸਕ ਜਾਂਦੇ ਨੇ।
ਉਹ ਸਰੂਪ ਸੰਤਨ ਕਹੇ ਵਿਰਲੇ ਜੋਗੀਸਰ। ਇਸ ਤਰ੍ਹਾਂ ਦੇ ਵਿਰਲੇ ਉਸ ਪਰਮਾਤਮਾ ਦੇ ਨਾਲ ਜੁੜੇ ਹੋਏ ਸ੍ਰੇਸ਼ਟ ਮਨੁੱਖ ਨੇ ਜੋ ਉਸ ਪਰਮਾਤਮਾ ਦੇ ਸਰੂਪ ਨੂੰ ਬਿਆਨ ਕਰਦੇ ਹਨ ਜੀ। ਹਰ ਕਿਰਪਾ ਜਾ ਕੋ ਮਿਲੇ, ਧੰਨ ਧੰਨ ਤੇ ਈਸ਼ਰ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਉਹ ਪ੍ਰਭੂ ਪਰਮਾਤਮਾ ਕਿਰਪਾ ਕਰਦਾ ਹੈ ਜੋ ਆਪਣੀ ਕਿਰਪਾ ਦੇ ਨਾਲ ਹੀ ਸਾਨੂੰ ਪ੍ਰਾਪਤ ਹੁੰਦਾ, ਸਾਨੂੰ ਮਿਲਦਾ ਹੈ। ਤੇ ਉਸ ਪਰਮਾਤਮਾ ਸੱਚੇ ਸਤਿਗੁਰ ਨੂੰ ਮਿਲਣ ਵਾਲੇ ਜਿਹੜੇ ਸਾਡੇ ਇਸ਼ਟ ਨੇ ਨਾ, ਉਹ ਧੰਨਤਾ ਦੇ ਯੋਗ ਨੇ। ਧੰਨ ਧੰਨ ਤੇ ਈਸ਼ਰ ਉਹ ਜਿਹੜੇ ਸਾਡੇ ਇਸ਼ਟ ਨੇ, ਜਿਵੇਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਇਸ਼ਟ ਨੇ, ਗੁਰੂ ਨਾਨਕ ਦੇਵ ਜੀ ਸਾਡੇ ਇਸ਼ਟ ਨੇ, 10ਵੇਂ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਸਤਿਗੁਰ ਸਾਡੇ ਇਸ਼ਟ ਨੇ। ਇਹ ਸਾਡੇ ਜੋ ਇਸ਼ਟ ਨੇ ਇਹ ਧੰਨਤਾ ਦੇ ਯੋਗ ਨੇ, ਤੇ ਜਿਨ੍ਹਾਂ ਦੀ ਕਿਰਪਾ ਦੇ ਨਾਲ ਪ੍ਰਭੂ ਪਰਮਾਤਮਾ ਸੱਚੇ ਸਤਿਗੁਰ ਦੀ ਪ੍ਰਾਪਤੀ ਹੁੰਦੀ ਹੈ ਜੀ। ਸੋ ਅੰਤਰ ਸੋ ਬਾਹਰੇ ਬਿਨਸੇ ਤਹਿ ਭਰਮਾ। ਹੁਣ ਇਹ ਤੁਰੀਆ ਅਵਸਥਾ ਆ ਗਈ ਹੈ। ਮੈਂ ਇੱਕ ਵਾਰੀ ਫਿਰ ਦੁਬਾਰਾ ਇਹ ਚਾਰਾਂ ਅਵਸਥਾ ਨੂੰ ਦੁਹਰਾਵਾਂਗਾ। ਪਹਿਲੀ ਅਵਸਥਾ ਦਾ ਨਾਮ ਹੈ ਜਾਗਰਤ ਅਵਸਥਾ। ਜਿਹੜਾ ਪੂਰਨ ਰੂਪ ਦੇ ਵਿੱਚ ਜਾਗਦਾ ਨਾ, ਉਹਨੂੰ ਜਾਗਰਤ ਅਵਸਥਾ ਦੇ ਵਿੱਚ ਆਖਿਆ। ਜਿਵੇਂ ਵੇਖੋ ਕੋਈ ਗੁਰਮੁਖ ਪਿਆਰਾ ਗੁਰੂ ਘਰ ਆ ਗਿਆ, ਉਹਨੇ ਸਿਰ ਨਹੀਂ ਢਕਿਆ ਤੇ ਜੋੜੇ ਵੀ ਨਹੀਂ ਲਾਏ, ਇਹ ਜਾਗਰਤ ਅਵਸਥਾ ਦੇ ਵਿੱਚ ਨਹੀਂ, ਇਹ ਸੁੱਤਾ ਹੈ। ਇਹਨੂੰ ਬਾਂਹ ਤੋਂ ਫੜ ਕੇ ਜਗਾਉਣਾ ਪਏਗਾ। ਗੁਰਮੁਖਾ ਇਹ ਗੁਰੂ ਘਰ ਏ, ਸਿਰ ਤੇ ਕੋਈ ਕੱਪੜਾ ਲੈ ਤੇ ਜੋੜੇ ਲਾ ਕੇ ਪੈਰ ਧੋ। ਜੇ ਇਹ ਜਾਗਦਾ ਹੁੰਦਾ ਨਾ ਤੇ ਇਹਨੂੰ ਇਸ ਗੱਲ ਦਾ ਪਤਾ ਹੋਣਾ ਸੀ ਵੀ ਮੈਂ ਗੁਰੂ ਘਰ ਆ ਗਿਆ। ਤੇ ਗੁਰੂ ਘਰ ਆਈਦਾ ਜਦੋਂ, ਉਦੋਂ ਸਿਰ ਢੱਕ ਕੇ ਆਈਦਾ। ਇਹ ਜਾਗਦਾ ਨਹੀਂ, ਇਹਨੂੰ ਜਾਗਰਤ ਅਵਸਥਾ ਨਹੀਂ ਆਖਿਆ। ਮੈਂ ਇਸ ਗੱਲ ਤੇ ਥੋੜਾ ਜਿਹਾ ਜ਼ਿਆਦਾ ਜ਼ੋਰ ਦਿਆਂਗਾ ਤਾਂ ਕਿ ਅਸੀਂ ਕਿਤੇ ਭੁਲੇਖੇ 'ਚ ਨਾ ਰਹਿ ਜਾਈਏ ਵੀ ਸਾਡੀਆਂ ਅੱਖਾਂ ਖੁੱਲੀਆਂ ਇੱਕ ਦੂਜੇ ਨੂੰ ਵੇਖ ਰਹੇ ਹਾਂ ਤੇ ਅਸੀਂ ਜਾਗਰਤ ਅਵਸਥਾ ਦੇ ਵਿੱਚ, ਅਸੀਂ ਜਾਗਰਤ ਅਵਸਥਾ ਦੇ ਵਿੱਚ ਨਹੀਂ। ਇੱਕ ਨਿੱਕਾ ਜਿਹਾ ਨੁਕਤਾ ਮੈਂ ਆਪ ਜੀ ਨੂੰ ਦੱਸਦਾ, ਉਹਦੇ ਨਾਲ ਆਪ ਜੀ ਨੂੰ ਪਤਾ ਲੱਗ ਜਾਏਗਾ। ਦੁਨੀ ਚੰਦ ਨਾਮ ਦਾ ਬੰਦਾ ਹੈ ਤੇ ਇਹ ਹਸਪਤਾਲ ਦੇ ਵਿੱਚ ਪਿਆ ਹੈ। ਜਦੋਂ ਹਸਪਤਾਲ ਦੇ ਵਿੱਚ ਪਿਆ ਹੈ ਤੇ ਇਹਦਾ ਸੱਜਣ ਮਿੱਤਰ ਜਿਹੜਾ ਹੈ ਨਾ, ਉਹ ਇਹਦੇ ਕੋਲ ਬੈਠਾ ਹੈ। ਹੁਣ ਦੁਨੀ ਚੰਦ ਨੂੰ ਜਾਗ ਆਈ ਹੈ ਤੇ ਉਹ ਆਪਣੇ ਮਿੱਤਰ ਨੂੰ ਪੁੱਛਦਾ, ਮੈਂ ਇੱਥੇ ਹਸਪਤਾਲ ਦੇ ਵਿੱਚ ਕਿਵੇਂ ਆਇਆ ਤੇ ਆ ਮੇਰੀ ਲੱਤ ਕਿਵੇਂ ਟੁੱਟ ਗਈ ਹੈ। ਉਹ ਕਹਿੰਦਾ, ਭਾਈ ਰਾਤ ਨਾ ਆਪਾਂ ਜਦੋਂ ਛੱਤ ਤੇ ਬੈਠੇ ਸੀ ਉਦੋਂ ਤੂੰ ਕਹਿੰਦਾ ਸੀ ਮੇਰਾ ਉੱਡਣ ਨੂੰ ਜੀ ਕਰਦਾ ਤੇ ਮੈਂ ਉੱਡਣਾ ਹੈ, ਤੇ ਤੂੰ ਭਾਈ ਬਨੇਰੇ ਤੇ ਚੜ੍ਹ ਕੇ ਜਦੋਂ ਅਡਾਰੀ ਮਾਰੀ ਤੇ ਥੱਲੇ ਫਿਰ ਡਿੱਗ ਪਿਆ, ਉੱਡਿਆ ਤੇ ਤੇਰੇ ਤੋਂ ਗਿਆ ਨਹੀਂ ਹੈਗਾ, ਤੇ ਤੂੰ ਉਦੋਂ ਫਿਰ ਲਾਤੀ ਟੁੱਟਣੀ ਸੀ ਨਾ ਤੇਰੀ। ਤੇ ਇਹ ਕਹਿੰਦਾ ਫਿਰ ਉੱਡਣ ਵਾਲਾ ਮੇਰੇ ਅੰਦਰ ਖਿਆਲ ਕਿਵੇਂ ਆਇਆ। ਇਹ ਕਹਿੰਦਾ ਉੱਡਣ ਵਾਲਾ ਖਿਆਲ ਤਾਂ ਮੇਰੇ ਅੰਦਰ ਵੀ ਆਇਆ ਸੀ, ਪਰ ਮੈਂ ਜਦੋਂ ਤੈਨੂੰ ਡਿੱਗੇ ਨੂੰ ਵੇਖ ਲਿਆ ਨਾ, ਉਦੋਂ ਫਿਰ ਮੇਰਾ ਇਹ ਖਿਆਲ ਹੈ ਜਿਹੜਾ ਇਹ ਟੁੱਟ ਗਿਆ ਵੀ ਜਦੋਂ ਇਹ ਨਹੀਂ ਉੱਡ ਸਕਿਆ ਤੇ ਮੈਂ ਕਿਵੇਂ ਉੱਡਾਂਗਾ। ਉਹਨੇ ਫਿਰ ਪੁੱਛਿਆ, ਤੂੰ ਮੈਨੂੰ ਇਹ ਦੱਸ ਉੱਡਣ ਵਾਲਾ ਖਿਆਲ ਕਿਵੇਂ ਆਇਆ। ਕਹਿੰਦਾ ਜਿਹੜਾ ਆਪਾਂ ਪਾਣੀ ਪੀਤਾ ਸੀ ਨਾ, ਜਿਹਨੂੰ ਸ਼ਰ ਆਬ ਆਖਦੇ ਨੇ, ਉਹ ਜਦੋਂ ਅੰਦਰ ਗਿਆ ਤੇ ਉਦੋਂ ਉੱਡਣ ਵਾਲਾ ਖਿਆਲ ਬਣ ਗਿਆ। ਹੁਣ ਇਹ ਵੇਖੋ ਜਾਗਦੇ ਨੇ ਕਿ ਸੁੱਤੇ ਨੇ, ਜਿਨ੍ਹਾਂ ਨੂੰ ਇਹ ਨਹੀਂ ਪਤਾ ਵੀ ਮਨੁੱਖ ਉੱਡ ਨਹੀਂ ਸਕਦਾ। ਮਨੁੱਖ ਜਿਹੜਾ ਇਹ ਉੱਡ ਨਹੀਂ ਸਕਦਾ। ਇਸ ਤਰ੍ਹਾਂ ਜਿਹੜਾ ਮਨੁੱਖ ਜਿੰਦੀ ਬੁੱਧੀ ਦੇ ਅੰਦਰ ਸਦਾ ਹੀ ਇਸ ਤਰ੍ਹਾਂ ਦੀ ਨੀਂਦ ਬਣੀ ਹੋਈ ਹੈ, ਭਾਵੇਂ ਉਹ ਨਸ਼ੇ ਦੀ ਹੈ ਤੇ ਭਾਵੇਂ ਉਹ ਅਗਿਆਨਤਾ ਦੀ ਹੈ, ਉਹਨੂੰ ਕਿਸੇ ਗੱਲ ਦੀ ਕੋਈ ਵੀ ਸੋਝੀ ਨਹੀਂ, ਉਹਨੂੰ ਅਸੀਂ ਜਾਗਰਤ ਅਵਸਥਾ ਦੇ ਵਿੱਚ ਨਹੀਂ ਆਖ ਸਕਾਂਗੇ। ਜਿਹੜਾ ਮਨੁੱਖ ਗੁਰਬਾਣੀ ਦੇ ਅੰਦਰ ਗੁਰੂ ਮਹਾਰਾਜ ਜੀ ਨੇ ਸਾਨੂੰ ਦੱਸਿਆ ਹੈ, ਅਮਲ ਗਲੋਲਾ ਕੂੜਕਾ ਦਿੱਤਾ ਦੇਵਨਹਾਰ। ਅਮਲ ਕਹਿੰਦੇ ਨੇ ਫੀਮ ਨੂੰ, ਤੇ ਗਲੋਲਾ ਕਹਿੰਦੇ ਨੇ ਜਦੋਂ ਆਪਾਂ ਨੂੰ ਗੋਲ ਗੋਲ ਕਰਕੇ ਮੂੰਹ ਦੇ ਵਿੱਚ ਪਾਉਂਦੇ ਆ। ਅਮਲ ਗਲੋਲਾ ਕੂੜਕਾ, ਉਸ ਪਰਮਾਤਮਾ ਨੇ ਨਾ ਇੱਕ ਸਾਨੂੰ ਫੀਮ ਦਾ ਗੋਲਾ ਦਿੱਤਾ ਹੋਇਆ ਤੇ ਉਸ ਦਾ ਨਾਮ ਹੈ ਝੂਠ। ਇਹ ਉਹ ਫੀਮ ਨਹੀਂ ਜਿਹੜੀ ਡੋਡਿਆਂ ਤੋਂ ਤਿਆਰ ਹੁੰਦੀ ਹੈ, ਝੂਠ ਵਾਲੀ ਫੀਮ ਹੈ। ਅਮਲ ਫੀਮ ਗਲੋਲਾ ਗੋਲ ਕੀਤੀ, ਕੂੜਕਾ ਇਹ ਫੀਮ ਦਾ ਗੋਲਾ ਨਹੀਂ ਹੈਗਾ, ਇਹ ਝੂਠ ਦਾ ਗੋਲਾ ਹੈ। ਅਮਲ ਗਲੋਲਾ ਕੂੜਕਾ ਦਿੱਤਾ ਦੇਵਨਹਾਰ। ਇਹਦੇ ਨਾਲ ਫਿਰ ਹੋਇਆ ਕਿ ਮੱਤੀ ਮਰਨ ਵਸਾਰਿਆ। ਸਾਡੀ ਮੱਤ ਦੇ ਵਿੱਚੋਂ ਮਰਨਾ ਹੀ ਵਿਸਰ ਗਿਆ ਵੀ ਅਸੀਂ ਮਰ ਜਾਵਾਂਗੇ। ਸਾਡੀ ਮੱਤ ਦੇ ਵਿੱਚੋਂ ਇਹ ਗੱਲ ਹੀ ਵਿਸਰ ਗਈ ਵੀ ਅਸੀਂ ਮਰ ਵੀ ਜਾਣਾ। ਮਤੀ ਮਰਨ ਵਸਾਰਿਆ, ਖੁਸ਼ੀ ਕੀਤੀ ਦਿਨ ਚਾਰ ਕੁ ਦਿਨ ਨਸ਼ੇ ਦੇ ਵਿੱਚ ਆਣ ਕੇ ਅਸੀਂ ਖੁਸ਼ੀ ਕਰ ਲਈਏ ਤੇ ਮਰਨਾ ਜਿਹੜਾ ਉਹ ਵਸਾਰ ਦਿੱਤਾ। ਇਸ ਤਰ੍ਹਾਂ ਦਾ ਜਿਹੜਾ ਮਨੁੱਖ ਹੈ ਉਹ ਜਾਗਰਤ ਨਹੀਂ ਹੈਗਾ। ਜਾਗਰਤ ਕੇਵਲ ਉਹੀ ਮਨੁੱਖ ਹੈ ਜਿਹੜਾ ਸੁਚੇਤ ਹੈ। ਇੱਕ ਨਿੱਕੇ ਜਿਹੇ ਨੁਕਤੇ ਦੇ ਨਾਲ ਮੈਂ ਹੋਰ ਸਮਝਾਉਣ ਦਾ ਯਤਨ ਕਰਾਂਗਾ। ਕੋਈ ਵੱਡਾ ਧਨਾੜ ਸੀ ਤੇ ਉਹਨੇ ਆਪਣੇ ਘਰੇ ਨਾ ਕੋਈ ਪ੍ਰੋਗਰਾਮ ਰੱਖਿਆ। ਜਦੋਂ ਆਪਦੇ ਘਰ ਦੇ ਵਿੱਚ ਪ੍ਰੋਗਰਾਮ ਰੱਖਿਆ ਤੇ ਇਹ ਕਹਿੰਦਾ ਸੂਝਵਾਨ ਕਰਿੰਦਾ ਸੀ, ਨੌਕਰ ਕਹਿ ਲਓ, ਨੌਕਰ ਸੀ, ਕਰਿੰਦਾ ਸੀ। ਇਹਨੇ ਉਹਦੀ ਡਿਊਟੀ ਲਾਈ ਵੀ ਗੁਰਮੁਖਾ ਤੂੰ ਬੜਾ ਸਿਆਣਾ ਤੇ ਇਸ ਤਰ੍ਹਾਂ ਕਰ, ਗੇਟ ਤੇ ਬਹਿ ਜਾ।
ਤੇ ਮੈਨੂੰ ਇਹ ਦੱਸਦੀ ਵੀ ਕਿਹੜਾ ਕਿਹੜਾ ਆ ਗਿਆ ਮੇਰੇ ਪ੍ਰੋਗਰਾਮ ਤੇ ਕਿਹੜਾ ਨਹੀਂ ਆਇਆ। ਅੱਜ ਕੱਲ੍ਹ ਤਾਂ ਅਸੀਂ ਮੂਵੀ ਬਣਾ ਲੈਂਦੇ ਆ ਨਾ ਤੇ ਪਤਾ ਲੱਗ ਜਾਂਦਾ, ਮਗਰੋਂ ਜਦੋਂ ਵੇਖਦੇ ਆ ਵੀ ਇਹ ਫਲਾਣਾ ਆ ਗਿਆ ਤੇ ਇੰਨੇ ਪੈਸੇ ਇਹਦੇ ਹੱਥ 'ਚ ਹਨ ਤੇ ਵਾਰਨਾ ਕਰ ਗਿਆ, ਉਦੋਂ ਨਹੀਂ ਸੀ ਹੈਗਾ ਇਹ ਇੰਤਜ਼ਾਮ। ਇਹ ਹੁਣ ਗੁਰਮੁਖ ਪਿਆਰਾ ਬੜਾ ਸਿਆਣਾ, ਇਹਨੇ ਕੀ ਕੀਤਾ, ਇੱਕ ਵੱਡਾ ਸਾਰਾ ਪੱਥਰ ਲੈ ਕੇ ਨਾ ਗੇਟ ਦੇ ਵਿਚਾਲੇ ਰੱਖ ਦਿੱਤਾ ਹੈ। ਹੁਣ ਆ ਰਹੇ ਨੇ ਇਹਦੇ ਸੱਜਣ ਮਿੱਤਰ ਜਿਹੜੇ, ਉਹ ਜਿਵੇਂ ਜਿਵੇਂ ਆਉਂਦੇ ਨੇ ਕੁਝ ਠੁੱਡਾ ਖਾਂਦੇ ਨੇ, ਡਿੱਗ ਜਾਂਦੇ ਨੇ ਤੇ ਕੁਝ ਵੇਖ ਕੇ ਪਾਸੇ ਹੋ ਕੇ ਲੰਘ ਜਾਂਦੇ ਨੇ। ਉਹਨਾਂ ਸਾਰਿਆਂ ਦੇ ਵਿੱਚੋਂ ਇੱਕ ਗੁਰਮੁਖ ਪਿਆਰਾ ਆਇਆ, ਉਹਨੇ ਕੀ ਕੀਤਾ, ਉਹ ਚੱਕ ਕੇ ਪੱਥਰ ਨਾਲ ਪਾਸੇ ਕਰ ਦਿੱਤਾ ਹੈ। ਜਦੋਂ ਅਗਲਾ ਦਿਨ ਹੋਇਆ, ਇਹਨੇ ਪੁੱਛਿਆ ਦੱਸ ਵੀ ਕੌਣ ਕੌਣ ਆਇਆ ਸੀ? ਕਹਿੰਦਾ ਜੀ ਇੱਕ ਹੀ ਜਾਣਾ ਆਇਆ ਸੀ। ਕਹਿੰਦਾ ਜੀ ਇੱਕ ਹੀ ਜਾਣਾ ਆਇਆ ਸੀ। ਇਹ ਬੜਾ ਹੈਰਾਨ ਹੋਇਆ, ਕਹਿੰਦਾ ਇਕੱਠ ਤੇ ਇੰਨਾ ਵੱਡਾ ਸੀ ਤੇ ਮੈਂ ਤੈਨੂੰ ਸਿਆਣਾ ਕਰਕੇ ਬਿਠਾਇਆ ਸੀ ਉੱਥੇ। ਕਹਿੰਦਾ ਮੈਂ ਸਿਆਣਾ ਸੀ ਤਾਂ ਹੀ ਤੇ ਮੈਨੂੰ ਇੱਕ ਦਿਸਿਆ। ਕਹਿੰਦਾ ਬਾਕੀ ਕਹਿੰਦੇ ਸਾਰੇ ਪਸ਼ੂ ਸੀ। ਕਹਿੰਦਾ ਹੱਦ ਹੋ ਗਈ, ਉਹ ਪਸ਼ੂ ਕਿਵੇਂ ਸੀ? ਕਹਿੰਦਾ ਪਸ਼ੂ ਸੀ, ਉਹਨਾਂ ਨੂੰ ਇੱਟ ਹੀ ਨਹੀਂ ਸੀ ਅੱਗੇ ਦਿੰਦੀ, ਕੋਈ ਠੁੱਡਾ ਲੱਗ ਕੇ ਡਿੱਗ ਪੈਂਦਾ ਸੀ ਤੇ ਕੋਈ ਪਾਸੇ ਹੋ ਕੇ ਲੱਗ ਜਾਂਦਾ ਸੀ। ਮਨੁੱਖ ਤੇ ਉਹ ਹੁੰਦਾ ਨਾ ਜਿਹੜੇ ਮਨੁੱਖਾਂ ਵਾਲੇ ਕੰਮ ਕਰੇ। ਮਨੁੱਖਾਂ ਵਾਲਾ ਕੰਮ ਇੱਕੋ ਬੰਦੇ ਨੇ ਕੀਤਾ ਵੀ ਕਿਸੇ ਆਉਣ ਜਾਣ ਵਾਲੀ ਨੂੰ ਠੁੱਡਾ ਨਾ ਲੱਗੇ ਤੇ ਮੈਂ ਇਹਨੂੰ ਪਾਸੇ ਕਰ ਦਿਆਂ। ਸੋ ਜਿਹੜਾ ਮਨੁੱਖ ਮਨੁੱਖਾਂ ਵਾਲੇ ਕੰਮ ਕਰਦਾ ਉਹ ਜਾਗਰਤ ਅਵਸਥਾ ਦੇ ਵਿੱਚ, ਉਸ ਤੋਂ ਬਾਅਦ ਫਿਰ ਪਈ ਸੁਪਨ ਅਵਸਥਾ ਹੁੰਦੀ ਏ। ਜਿਸ ਤਰ੍ਹਾਂ ਦਾ ਮਨੁੱਖ ਦਿਨੇ ਕਾਰੋਬਾਰ ਕਰਦਾ ਹੈ, ਉਸ ਤਰ੍ਹਾਂ ਦਾ ਫਿਰ ਉਹ ਸੁਪਨੇ ਦੇ ਵਿੱਚ ਉਹੀ ਕਾਰੋਬਾਰ, ਉਹੀ ਕਾਪੀ ਹੈ ਜਿਹੜੀ, ਉਹੀ ਪਿਕਚਰ ਬਣ ਕੇ ਵੇਖਦਾ। ਉਸ ਤੋਂ ਅੱਗੇ ਆ ਜਾਂਦੀ ਸੁਖੋਪਤ ਅਵਸਥਾ। ਇੱਥੇ ਕੋਈ ਵੀ ਸੋਝੀ ਨਹੀਂ ਰਹਿੰਦੀ ਮਨੁੱਖ ਨੂੰ, ਨਾ ਸੁਪਨੇ ਦੀ ਤੇ ਨਾ ਜਾਗਣ ਦੀ। ਫਿਰ ਤੀਜੀ ਅਵਸਥਾ ਆਉਂਦੀ, ਉਹਨੂੰ ਕਹਿੰਦੇ ਨੇ ਤੁਰੀਆ ਅਵਸਥਾ। ਇਹ ਅੰਦਰੋਂ ਵੀ ਜਾਗਿਆ ਤੇ ਬਾਹਰੋਂ ਵੀ ਜਾਗਿਆ। ਇਹਨੂੰ ਬਾਹਰ ਦਾ ਵੀ ਸਾਰਾ ਗਿਆਨ ਹੈ, ਪੂਰਾ ਸੁਚੇਤ ਹੈ, ਤੇ ਅੰਦਰ ਦਾ ਵੀ ਸਾਰਾ ਗਿਆਨ ਹੈ, ਅੰਦਰੋਂ ਵੀ ਪੂਰਾ ਸੁਚੇਤ ਹੈ। ਸੋ ਗੁਰੂ ਮਹਾਰਾਜ ਜੀ ਇੱਥੇ ਹੁਣ ਤੁਰੀਆ ਅਵਸਥਾ ਦੀ ਗੱਲ ਕਰਦੇ ਨੇ। ਜੋ ਅੰਤਰ ਸੋ ਬਾਹਰੇ, ਜੋ ਕੁਝ ਅੰਦਰ ਹੈ ਉਹ ਬਾਹਰ ਬਿਨ ਸੇਤ ਹੈ ਭਰਮਾ। ਇਹਦਾ ਭਰਮੇ ਜਿਹੜਾ ਨਾਸ ਹੋ ਗਿਆ, ਇਹ ਅੰਦਰ ਤੇ ਬਾਹਰ ਦੇ ਨਾਲ ਜੁੜ ਗਿਆ। ਜੋ ਪਰਮਾਤਮਾ ਬਾਹਰ ਹੈ ਉਹਦੇ ਨਾਲ ਵੀ ਜੁੜਿਆ ਹੈ, ਜੋ ਇਹਦੇ ਅੰਦਰ ਹੈ ਉਹਦੇ ਨਾਲ ਵੀ ਜੁੜਿਆ। ਅੰਦਰ ਤੇ ਬਾਹਰ ਦੀ ਤਾਰ ਇੱਕ ਹੋ ਗਈ ਹੈ, ਇਕਾਗਰ ਬਿਰਤੀ ਬਣ ਗਈ ਹੈ, ਤੁਰੀਆ ਅਵਸਥਾ ਬਣ ਗਈ ਹੈ। ਸੋ ਅੰਤਰ ਸੋ ਬਾਹਰ, ਜੋ ਪਰਮਾਤਮਾ ਅੰਦਰ ਹੈ ਉਹੀ ਉਹਨੂੰ ਬਾਹਰ ਦਿਸਦਾ ਹੈ। ਬਿਨ ਸੇ ਤਹਿ ਭਰਮਾ, ਇਹਦੇ ਅੰਦਰ ਦੇ ਸਾਰੇ ਪ੍ਰਕਾਰ ਦੇ ਭਰਮਾਂ ਦਾ ਨਾਸ ਹੋ ਜਾਂਦਾ ਹੈ ਜੀ। ਨਾਨਕ ਤਿਸ ਪ੍ਰਭ ਭੇਟਿਆ ਜਾ ਕੇ ਪੂਰਨ ਕਰਮਾ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਉਹ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਉਸ ਨੂੰ ਹੁੰਦੀ ਹੈ ਜਿੰਦੇ ਬੜੇ ਵੱਡੇ ਕਰਮ ਹੋਣ। ਨਾਨਕ ਤਿਸ ਪ੍ਰਭ ਭੇਟਿਆ, ਪ੍ਰਭੂ ਪਰਮਾਤਮਾ ਐਵੇਂ ਨਹੀਂ ਪ੍ਰਾਪਤ ਹੁੰਦਾ, ਉਹਦੀ ਪ੍ਰਾਪਤੀ ਹੈ ਜਿਹੜੀ ਉਸ ਨੂੰ ਹੁੰਦੀ ਹੈ ਜਾ ਕੇ ਪੂਰਨ ਕਰਮਾਂ, ਜਿੰਦੇ ਪੂਰਨ ਕਰਮ ਨੇ। ਪੂਰਨ ਤੋਂ ਭਾਵ ਵੀ ਜਿਨਨੇ ਪੂਰੇ ਕਰਮ ਕੀਤੇ ਨੇ, ਆਪਣੇ ਕਰਮਾਂ ਨੂੰ ਅਧੂਰਿਆ ਨਹੀਂ ਛੱਡਿਆ, ਆਪਣੇ ਕਰਮਾਂ ਨੂੰ ਪੂਰਿਆਂ ਛੱਡਿਆ। ਇਹ ਵੀ ਦੱਸਦੀ ਅਸੀਂ ਆਪਣੇ ਕਰਮ ਨੂੰ ਅਧੂਰਾ ਕਿਵੇਂ ਛੱਡ ਦਿੰਨੇ ਆ। ਜਦੋਂ ਸਾਨੂੰ ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰੂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਏ, ਤੇ ਸਾਨੂੰ ਨਾਲ ਇਹ ਵੀ ਹਿਦਾਇਤ ਕੀਤੀ ਹੈ ਵੀ 5 ਕਕਾਰਾਂ ਦੀ ਮਰਿਆਦਾ ਦੇ ਵਿੱਚ ਰਹਿਣਾ, 4 ਕਰਹਿਤਾ ਤੋਂ ਬਚ ਕੇ ਰਹਿਣਾ, ਤੇ 7 ਬਾਣੀਆਂ ਦਾ ਨਿਤਨੇਮ ਕਰਨਾ। ਇਹ ਸਾਡਾ ਕਰਮ ਬਣ ਗਿਆ। ਜੇ ਅਸੀਂ 7 ਬਾਣੀਆਂ ਦੇ ਵਿੱਚੋਂ ਇੱਕ ਬਾਣੀ ਵੀ ਛੱਡਦੇ ਹਾਂ ਤੇ ਸਾਡਾ ਕਰਮ ਅਸੀਂ ਪੂਰਾ ਨਹੀਂ ਕਰ ਰਹੇ, ਫਿਰ ਸਾਡਾ ਕਰਮ ਅਧੂਰਾ ਹੈ। ਜੇ 5 ਕਕਾਰਾਂ ਚੋਂ ਇੱਕ ਕਕਾਰ ਵੀ ਅਸੀਂ ਵਿਸਾਰ ਦਿੰਦੇ ਹਾਂ ਤੇ ਫਿਰ ਵੀ ਸਾਡਾ ਕਰਮ ਜਿਹੜਾ ਇਹ ਅਧੂਰਾ ਹੈ। 4 ਕਰਹਿਤਾਂ ਦੇ ਵਿੱਚੋਂ ਕੋਈ ਵੀ ਇੱਕ ਕਰਹਿਤ ਕੀਤੀ ਹੈ ਤੇ ਫਿਰ ਵੀ ਸਾਡਾ ਕਰਮ ਜਿਹੜਾ ਇਹ ਅਧੂਰਾ ਹੈ। ਹੁਣ ਜੇ ਕਿਸੇ ਨੂੰ ਆਖਦੀ ਹੈ ਨਾ ਗੁਰਮੁਖ ਪਿਆਰਿਆ ਅੰਮ੍ਰਿਤ ਛਕ ਲਾ, ਤੇ ਕਹਿੰਦਾ ਛਕ ਲਵਾਂਗੇ, ਅਜੇ ਕੀ ਹੋਇਆ ਹੈ? ਹੋਇਆ ਤੇ ਇਹ ਹੈ ਵੀ ਤੇਰਾ ਕਰਮ ਅਧੂਰਾ ਹੈ। ਕਿੰਨੀ ਮਰਜ਼ੀ ਬਾਣੀ ਪੜ੍ਹਦਾ, ਕੁਝ ਮਰਜ਼ੀ ਕਰਦਾ ਹੈ, ਜਦੋਂ ਤੱਕ ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਦੀ ਮਰਿਆਦਾ ਦੇ ਵਿੱਚ ਨਹੀਂ ਆਉਂਦਾ, ਉਦੋਂ ਤੱਕ ਉਸ ਦਾ ਕਰਮ ਹੈ ਜਿਹੜਾ ਇਹ ਅਧੂਰਾ ਹੈ। ਕਰਮ ਪੂਰੇ ਤੋਂ ਬਿਨਾ, ਕਰਮ ਨੂੰ ਪੂਰਾ ਕੀਤੇ ਤੋਂ ਬਿਨਾ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ। ਇਤਨੀ ਕੁ ਸੇਵਾ ਸੰਗਤ ਨੇ ਪ੍ਰਵਾਨ ਕਰਨੀ। ਸੱਚੇ ਸਤਿਗੁਰ ਕਿਰਪਾ ਕਰਨ, ਰਹਿਮਤ ਕਰਨ, ਸਾਡੇ ਸੀਸ ਤੇ ਮਿਹਰ ਭਰਿਆ ਹੱਥ ਰੱਖ ਕੇ ਕਿਰਪਾ ਕਰਕੇ ਸਾਨੂੰ ਆਪਣੇ ਕਰਮ ਦੇ ਵਿੱਚ ਪੂਰਾ ਹੋਣ ਦੀ ਮੱਥਾ ਦੇਣ। ਦੇਹੋ ਸੱਜਣ ਆਸੀਸ ਰਿਆ, ਜੋ ਹੋਵੇ ਸਾਹਿਬ ਸਿਓ ਮੇਲ। ਸੋ ਅੰਤਰ